मन प्रगाश होवै सिफत समदी नूर अरसों करसों झटिया तुद डिठे सच्चे पातशाह मल जन्म जन्म दी कटी। आसा जग जीवन ऐसा सुपने जैसा आसा हम कर सूद तन्हे नित ताना कंठ जिन्ने तुम्हारे तुम तो वेद पढ़ो गायत्री गोविंद हृदय हमारे। मेरी साहिबा बिसन नैन नारायण हृदय बसै गोविंदा जम द्वार जब पूछस बबरे तब क्या कहस मुकंदा रहाओ। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जी प्रेमियों ਬਿਰਤੀਆਂ ਨੂੰ ਇਕਾਗਰ ਕਰੀਏ। ਆਪ ਸੱਚੇ ਪਾਤਸ਼ਾਹ ਆਸਾ ਰਾਗ ਦੇ ਅੰਦਰ ਭਾਈ ਗੁਰਦਾਸ ਜੀ ਦੀ ਕਲਮ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਭਗਤਾਂ ਬਾਣੀ ਸਤ ਸੰਗਤ ਜੀ ਦਿਖਾ ਰਹੇ ਹਨ। ਪਹਿਲਾਂ ਸਭ ਤੋਂ ਸਾਰਿਆਂ ਰਾਗਾਂ 'ਚ ਵੀ ਭਗਤ ਕਬੀਰ ਜੀ ਦੀ ਬਾਣੀ ਦਿਖਾਉਂਦੇ ਹਨ ਆਪ। ਇਹ ਆਸਾ ਰਾਗ ਦੇ ਅੰਦਰ ਕਈ ਰੋਜ਼ ਤੋਂ ਭਗਤ ਕਬੀਰ ਸਾਹਿਬ ਜੀ ਦੀ ਜੋ ਬਾਣੀ ਹੈ ਇਹਦੀ ਆਪਾਂ ਵਿਚਾਰ ਕਰ ਰਹੇ ਹਾਂ। ਜਿਉਂ-ਜਿਉਂ ਜੈਸੇ ਪ੍ਰਵਿਰਤੀ ਵਾਲੇ ਲੋਕ ਭਗਤ ਜੀ ਦੇ ਪਾਸ ਆਉਂਦੇ ਨੇ ਉਹਨਾਂ ਨੂੰ ਉਹੋ ਜਿਹੇ ਉਪਦੇਸ਼ ਦਿੰਦੇ ਹਨ। ਕਿਉਂ ਸਾਰੀ ਦੁਨੀਆ ਤੋਂ ਭਗਤੀ 'ਚ ਨਹੀਂ ਲੱਗੀ ਹੁੰਦੀ। ਬਹੁਤ ਸਾਰੇ ਵਿਵਹਾਰਕ ਲਾਈਨ ਦੇ ਵਿੱਚ ਰੁਚੀ ਰੱਖਣ ਵਾਲੇ ਲੋਕ ਵੀ ਕਬੀਰ ਸਾਹਿਬ ਦੇ ਪਾਸ ਆਉਂਦੇ ਹਨ। ਭਾਈਚਾਰਾ ਇਕੱਠਾ ਹੋ ਕੇ ਆਇਆ, ਕਬੀਰ ਸਾਹਿਬ ਲੜਕੀ ਦੀ ਸ਼ਾਦੀ ਹੈ ਤੁਸੀਂ ਵੀ ਵਿੱਚ ਸ਼ਾਮਲ ਹੋਵੋ। ਕਬੀਰ ਸਾਹਿਬ ਜੀ ਸੋਚਦੇ ਹੈ ਵਿਵਹਾਰਕ ਲਾਈਨ ਦੇ ਅੰਦਰ ਕਈ ਗੁਰਮਤ ਤੋਂ ਉਲਟ ਵੱਧ ਰੀਤਾਂ ਹੁੰਦੀਆਂ ਹਨ, ਵੱਧ ਘੱਟ ਉੱਥੇ ਜਾਣਾ ਯੋਗ ਨਹੀਂ। ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵਾ ਬਾਸੜਾ ਕੱਢ ਬਾਸ ਲਈਜੈ। ਇਹ ਭਗਤਾਂ 'ਚ ਗੁਣ ਹੁੰਦਾ ਹੈ। ਜਿੱਥੇ ਜਾ ਕੇ ਬੈਠਣਾ ਉੱਥੇ ਜਾ ਕੇ ਭਲੇ ਹੀ ਵਚਨ ਕਹਿਣੇ। ਜੋ ਵੀ ਜਿਹਦੇ ਨਾਲ ਵੀ ਸੰਬੰਧ ਪਵੇ ਉਸ ਨੂੰ ਵੀ ਸ਼ੁਭ ਸਿੱਖਿਆ ਹੀ ਦੇਣੀ, ਕਦੇ ਪੁੱਠੇ ਬਚਨ ਨਹੀਂ ਰਸਨਾ ਤੋਂ ਬੋਲਣੇ। ਉਹ ਵਿਆਹ ਦੇ ਚਾਚ ਜਿਹੜੇ ਆਏ ਸੀ ਸਾਰਿਆਂ ਨੂੰ ਸਤ ਸੰਗਤ ਜੀ ਕੀ ਕਿਹਾ, ਭਾਈ ਤੁਸੀਂ ਲੜਕੀ ਦੇ ਵਿਆਹ ਚੱਲੇ ਹੋ, ਮੇਰਾ ਆਪ ਇੱਥੇ ਵਿਆਹ ਹੈ। ਫਿਰ ਸਾਰੇ ਸਮਾਜ ਵਾਲੇ ਚੁੱਪ ਕਰ ਜਾਂਦੇ, ਕਹਿੰਦੇ ਭਾਈ ਆਪਾਂ ਉਸ ਨੂੰ ਛੱਡ ਦਿੰਦੇ ਆ ਜਿਹਦੇ ਘਰ ਵਿਆਹ ਹੋਵੇ, ਭਾਈ ਤੂੰ ਨਹੀਂ ਜਾ ਸਕਦਾ, ਅਸੀਂ ਜਾ ਆਉਂਦੇ। ਕਬੀਰ ਸਾਹਿਬ ਜੀ ਨੂੰ ਕਹਿੰਦੇ ਭਗਤ ਜੀ ਤੁਹਾਡਾ ਵਿਆਹ ਕਿਵੇਂ ਹੈ, ਇੱਥੇ ਕੋਈ ਰੰਗ ਰਾਗ ਨਹੀਂ, ਕੋਈ ਤੁਸੀਂ ਬਸਤਰ ਨਹੀਂ ਸੋਹਣੇ ਰੰਗ ਕੇ ਪਹਿਨੇ ਹੋਏ। ਤਨ ਨੈਣੀ ਮਨ ਪੁਨਰ ਕਰ ਹੋ ਪਾਚੋ ਤਤ ਬਰਾਤੀ ਭਾਵਰਾ ਰਾਮ ਰਾਏ ਸੋ ਭਾਵਰ ਲੈ ਹੋ ਆਤਮ ਤੇ ਰੰਗ ਰਾਤੀ गाओ गाओ रिद लहनी मंगल चारा हमरे गए आए राजा राम पधारा। ये शब्द उचार के ब्याह दस दिता कि इहो जिहा ब्याह होना चाहिए है कि असी भी भाई इस्तरी मनंद हाँ परमेश्वर नाल असी भी ब्याह कराउण वास्ते मात लोक विच उतरे हाँ। आ सुख परमेश्वर नूं पति बना करके आ सुख ने संसार दे जिहड़े पति ने ਇਹਦਾ ਕਵਨ सुख देणगे कवन ने नहीं। ऐसे सत्संग जी जिस तरह कोई आ के भगत जी कोले कोई प्रश्न करदा उस तरह के उत्तर दे के उन्होंने निहाल कर देंगे। सो प्रेमियों कोई मकंदा नामे ब्राह्मण सी कांशी दे अंदर ईरखा करदा सी मन दे अंदर कि कबीर साहब है जिहड़ा असी ब्राह्मण गुरु सदाउंदे आ जगत दे ਇਹਦੇ सेवक बड़े बनते हैं। फिर कांशी विच जिथे साडा गढ़ है ये खिजिया होया सत संगत जी मुकंदा नामे पंडित कबीर साहब जी नूं कहण लगा कि तू आचार्य नहीं कहा सकदा, आचार्य गुरु नूं कहंदे हन उपदेश देण वाले। तू किसे नूं उपदेश नहीं दे सकदा, आचार्य नहीं कहा सकदा, तेरे जनेऊ नहीं पाया होया।
ਬ੍ਰਹਮਣਾਂ ਬਾਰੇ ਤੇਰੇ ਜਿਹੜੇ ਨਿਯਮ ਨੇ ਉਹ ਨਹੀਂ ਹਨ। ਗਾਇਤਰੀ ਤੂੰ ਪੜ੍ਹਨੀ ਸਿੱਖੀ, ਵੇਦ ਵਿਦਿਆ ਤੈਨੂੰ ਨਹੀਂ ਆਉਂਦੀ, ਖੱਟ ਕਰਮ ਤੂੰ ਨਹੀਂ ਬ੍ਰਹਮਾ ਵਾਲੇ ਕਦੇ ਕੀਤੇ। ਤੂੰ ਕੀ ਅਧਿਕਾਰ ਰੱਖਦਾ ਹੈ ਕਿ ਲੋਕਾਂ ਨੂੰ ਉਪਦੇਸ਼ ਦੇਵੇਂ। ਕਬੀਰ ਸਾਹਿਬ ਜੀ ਕਹਿੰਦੇ ਦੇਖ ਲੈ ਭਾਈ ਵਿਚਾਰ ਕੇ, ਉਸ ਨੂੰ ਸਤਿ ਸਮੱਤ ਦਿੰਦੇ ਹਨ ਕਿ ਇਹਦਾ ਵੀ ਭਲਾ ਹੋ ਜਾਵੇ। ਜਿਸ ਪ੍ਰਕਾਰ ਸਤਿ ਸੁਣੀਏ ਸ਼ਬਦ ਦੇ ਅੰਦਰ ਵਿਚਾਰ ਆ ਰਹੀ ਹੈ, ਆਓ ਆਪਣਾ ਸਤਿ ਸੁਣੀਏ, ਇਸ ਨੂੰ ਮਨ ਦੇ ਅੰਦਰ ਧਾਰਨ ਕਰੀਏ ਪੜ੍ਹ ਕੇ। ਆਸਾ ਹਮ ਕਰ ਸੂਤ ਤਨਹਿ ਨਿਤ ਤਾਨਾ। ਭਗਤ ਜੀ ਕਹਿੰਦੇ ਹੇ ਪੰਡਤ ਜੀ, ਸਾਡੇ ਘਰ ਵਿੱਚ ਮੈਂ ਜਲਾਹਾਂ, ਮੇਰੇ ਘਰ ਵਿੱਚ ਸੂਤ ਤੋਂ ਬਿਨਾਂ ਕੁਛ ਨਹੀਂ। ਭਾਵੇਂ ਮੇਰਾ ਨਹੀਂ, ਮੈਂ ਹੰਗਤਾ ਮਮਤਾ ਤੋਂ ਪਰਾਂ ਹਾਂ। ਲੋਕਾਂ ਦੀਆਂ ਤਾਣੀਆਂ ਆਈਆਂ ਹੋਈਆਂ, ਸੂਤ ਹੀ ਸੂਤ ਢੇਰ ਲੱਗੇ ਪਏ ਹਨ। ਹਮ ਘਰ ਸੂਤ ਤਨੇ ਨਿਤ ਤਾਣਾ, ਤਾਣੇ ਨੂੰ ਤਣਦੇ ਰਹਿੰਦੇ ਆ, ਇਹੀ ਸਾਡਾ ਕੰਮ ਹੈ ਜਲਾਹਾਂ ਦਾ। ਸਾਡੇ ਤਾਂ ਬਹੁਤ ਹੀ ਸੂਤ ਹੈ। ਕਾਂਠ ਜਨੇਊ ਤੁਮਾਰੇ, ਤੇਰੇ ਗਲ ਵਿੱਚ ਜਨੇਊ ਸੂਤ ਦਾ ਪਾਇਆ ਮੈਂ, ਥੋੜਾ ਜਿਹਾ ਹੀ 4 ਧਾਗਿਆਂ ਦਾ। ਤੂੰ ਕਹਿੰਦਾ ਤੇਰੇ ਜਨੇਊ ਹੈ ਨਹੀਂ ਪਾਇਆ ਹੋਇਆ, ਮੈਂ ਤਾਂ ਜਨੇਊ ਦੇ ਵਿੱਚ ਰਹਿਣਾ। ਤੇਰੇ 4 ਧਾਗੇ ਗਲ 'ਚ ਬਾਹਮਣਾ ਖਮਨੀ ਹੈ ਪਾਏ ਨਹੀਂ। ਆ ਦੇਖ ਮੇਰਾ ਘਰ ਤਾਂ ਜਨੇਊਆਂ ਨਾਲ ਭਰਿਆ ਹੀ ਪਿਆ, ਕਿਤਨੇ ਧਾਗੇ ਹਨ। ਤੁਮ ਤੋ ਵੇਦ ਪੜੋ ਗਾਇਤਰੀ, ਕਹਿੰਦੇ ਤੈਨੂੰ ਵੇਦ ਪੜ੍ਹਨੇ ਆਉਂਦੇ ਆ, ਗਾਇਤਰੀ ਆਉਂਦੀ ਆ ਜਰਾਹਾ। ਬ੍ਰਾਹਮਣ ਕਹਿਣ ਲੱਗੇ ਹਾਂ ਪੰਡਤ ਜੀ, ਤੁਸੀਂ ਤਾਂ ਵੇਦ ਵੀ ਪੜ੍ਹੇ ਹੋਏ ਹੋ, ਵਿਆਕਰਨਾਂ ਪੜ੍ਹੀਆਂ, ਬੜੀ ਸੁੱਧੀ ਆ ਤੁਹਾਡੇ ਪੜ੍ਹਨ ਵਿੱਚ, ਔਰ ਗਾਇਤਰੀ ਮੰਤਰ ਵੀ ਪੜ੍ਹਦੇ ਹੋ। ਗੋਬਿੰਦ ਹਿਰਦੈ ਹਮਾਰੇ, ਪਰ ਮੈਂ ਤੈਨੂੰ ਇਹ ਦੱਸਦਾ, ਵੇਦ ਤੇ ਗਾਇਤਰੀਆਂ ਇਹ ਕਾਹਦੇ ਵਾਸਤੇ ਹਨ? ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਸਤੇ ਇਹ ਧਾਰਮਿਕ ਗ੍ਰੰਥ ਨੇ। ਉਹ ਜਿਹਦੀ ਪ੍ਰਾਪਤੀ ਵਾਸਤੇ ਇਹ ਗਿਆਨ ਦਿੰਦੇ ਹਨ, ਉਹ ਗੋਬਿੰਦ ਮੇਰੇ ਹਿਰਦੇ 'ਚ ਵਸਦਾ ਹੈ। ਮੈਂ ਉਸ ਨੂੰ ਹਰ ਵੇਲੇ ਹਿਰਦੇ 'ਚ ਵਸਿਆ ਸਮਝ ਕੇ ਉਹਦਾ ਜਪ ਜਪਦਾ, ਧਿਆਨ ਧਾਰਦਾ ਹਾਂ। ਮੇਰੀ ਜਿਹਬਾ ਬਿਸਨ ਨੈਣ ਨਾਰਾਇਣ, ਤੁਸੀਂ ਗਾਇਤਰੀਆਂ ਤੇ ਵੇਦ ਪੜ੍ਹਦੇ ਹੋ, ਪਰ ਤੁਹਾਡੇ ਹਿਰਦੇ 'ਚ ਗੋਬਿੰਦ ਸਾਖਿਆਤ ਨਹੀਂ ਹੈ। ਪ੍ਰਯੋਜਨ ਤਾਂ ਵੇਦ ਸ਼ਾਸਤਰ ਪੜ੍ਹਨ ਦਾ, ਗਾਇਤਰੀ ਮੰਤਰ ਪੜ੍ਹਨ ਦਾ ਇਹੀ ਹੈ ਕਿ ਪਰਮੇਸ਼ਰ ਹਿਰਦੇ 'ਚ ਪ੍ਰਗਟ ਹੋ ਜਾਵੇ। ਮੇਰੇ ਪਹਿਲਾਂ ਹੀ ਵਾਹਿਗੁਰੂ ਦੀ ਕਿਰਪਾ ਹੈ, ਮੇਰੇ ਹਿਰਦੇ 'ਚ ਗੋਬਿੰਦ ਦਾ ਜਾਪ ਜਪਦਾ ਹੈ। ਤੁਸੀਂ ਸੁਬਾਹ ਸ਼ਾਮੀ ਜਪਦੇ ਹੋ। ਨਾਲ ਅੱਗੇ ਕਹਿੰਦੇ ਹਨ ਪੜੋ ਇਹੀ, ਮੇਰੀ ਜੇਬਾ ਬਿਸਨ ਨੈਣ ਨਾਰਾਇਣ। ਦੇਖੋ ਪੰਡਤ ਜੀ, ਮੇਰੀ ਜੇਬਾ ਤੇ ਵਿਸ਼ਨੂੰ ਦਾ ਨਾਮ ਹੈ। ਹਰ ਵੇਲੇ ਜੋ ਨਿਰੰਤਰ ਸਾਰਿਆਂ ਦੀ ਚੇਸ਼ਟਾ ਕਰਾਉਣ ਵਾਲਾ, ਉਸ ਨੂੰ ਵਿਸ਼ਨੂੰ ਕਹਿੰਦੇ ਹਨ। ਸਾਰੇ ਸਰੀਰ ਦੀ ਕਿਰਿਆ ਉਹਦੀ ਸੱਤਾ ਨਾਲ ਹੋ ਰਹੀ ਹੈ। ਮੇਰੀ ਜੇਬਾ ਤੇ ਉਸ ਵਿਸ਼ਨੂੰ ਭਗਵਾਨ ਦਾ ਨਾਮ ਹੈ, ਔਰ ਨੇਤਰਾਂ ਵਿੱਚ ਮੇਰੇ ਨਾਰਾਇਣ ਨੂੰ ਦੇਖਦਾ ਹਾਂ ਮੈਂ ਥਾਂ ਥਾਂ ਤੇ। ਹਾਂਜੀ, ਹਿਰਦੈ ਬਸੈ ਗੋਬਿੰਦਾ, ਔਰ ਗੋਬਿੰਦ ਰੂਪ ਹੈ ਜਿਹੜਾ ਉਹ ਮੇਰੇ ਹਿਰਦੇ 'ਚ ਬਸਦਾ ਹੈ, ਗੋਬਿੰਦ ਦਾ ਨਾਮ। ਜਮ ਦਵਾਰ ਜਬ ਪੂਛ ਸਬਰੇ, ਮੇਰਾ ਸਰੀਰ ਤਾਂ ਪਰਮੇਸ਼ਰ ਦੇ ਵਿੱਚ ਆਨੰਦ ਵਿੱਚ ਐਨ ਆਨੰਦ ਮਾਣਦਾ ਹੈ, ਧਿਆਨ ਵਿੱਚ। ਹੁਣ ਤੂੰ ਦੱਸ, ਹਾਂਜੀ ਕੀ ਕਹਿੰਦੇ ਹੋ? ਜਬ ਜਮ ਦਵਾਰ ਜਬ ਪੂਛ ਸਬਰੇ, ਇਹ ਬਬਰੇ ਕਮਲਿਆ ਬ੍ਰਹਮਣਾ, ਜਮ ਦੁਆਰ, ਜਮ ਦਾ ਦਰਵਾਜ਼ਾ ਕਿਹੜਾ? ਧਰਮ ਰਾਜਾ ਦਰਵਾਜ਼ਾ ਪਰਲੋਕ 'ਚ। ਉਹ ਦਰਵਾਜ਼ੇ ਤੇ ਜਦ ਆਪਣੀ ਪੁੱਛ ਗਿੱਛ ਹੋਵੇਗੀ ਗਿਆਨ ਦੀ, ਤਬ ਕਿਆ ਕਹਿਸ ਮੁਕੰਦਾ। ਇਹ ਮੁਕੰਦੇ ਬ੍ਰਾਹਮਣ ਉੱਥੇ ਕੀ ਕਹੇਗਾ ਤੂੰ ਕਿ ਬ੍ਰਾਹਮਣਾਂ ਦੇ ਘਰ ਜਨਮ ਵੀ ਧਾਰਿਆ, ਗਾਇਤਰੀ ਮੰਤਰ ਵੇਦ ਵੀ ਪੜ੍ਹੇ, ਪਰ ਹਿਰਦੇ 'ਚ ਨਾ ਬਸਿਆ ਮੇਰੇ। ਉੱਥੇ ਕੀ ਜਵਾਬ ਦੇਵੇਂਗਾ? ਰਹਾਓ ਹਮ ਗੁਰੂ ਤੁਮ ਗੁਆਰ ਗੁਸਾਈ। ਕਹਿੰਦਾ ਫਿਰ ਅਸੀਂ ਤਾਂ ਫਿਰ ਉੱਚੀ ਦੇ ਜਾਤੀ ਦੇ ਹੀ ਆ ਨਾ, ਤੂੰ ਤਾਂ ਜਰਾਹਾ ਹੀ ਆ। ਕਹਿੰਦੇ ਹਾਂ ਪੰਡਤ ਜੀ, ਬਲਿਹਾਰ ਜਾਈਏ ਸਤ ਸੰਗਤ ਜੀ। ਜਿਹੜੇ ਸੰਤ ਭਗਤ ਹੁੰਦੇ ਨਾ, ਇਹਨਾਂ ਦੀ ਰਸਨਾ ਮਿਠਾਸ ਵਾਲੀ ਹੁੰਦੀ ਹੈ। ਇਹ ਕਿਸੇ ਨੂੰ ਕੌੜਾ ਨਹੀਂ ਬੋਲਦੇ। ਜੇ ਕਿਤੇ ਕੌੜਾ ਬੋਲਣ ਵੀ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਕੱਟ ਦਿੰਦੇ ਹਨ। ਉਹਨਾਂ ਦਾ ਕੋਈ ਪੂਰਬਲਾ ਕਰਮ ਹੁੰਦਾ ਹੈ, ਉਹਦਾ ਭਲਾ ਹੋ ਜਾਂਦਾ, ਵਾਸਤੇ ਵਿੱਚ ਨਹੀਂ ਬੋਲਦੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਹਾਂ ਸੰਭਲ ਥਕੀ ਜੋ ਕਦੇ ਨਾ ਬੋਲਿਆ ਕੌੜਾ। ਪਰਮੇਸ਼ਰ ਦਾ ਸਤ ਸੰਗੀ ਰੂਪ ਹੁੰਦੇ ਨੇ, ਕਦੇ ਕੌੜਾ ਨਹੀਂ ਬੋਲਦੇ। ਕਹਿੰਦੇ ਹਾਂ ਪੰਡਤ ਜੀ ਤੂੰ ਸੱਚ ਕਹਿਣਾ, ਹਮ ਗੋਰੂ ਤੁਮ ਗੁਆਰ ਗੁਸਾਈ।
हे ਗੁਸਾਈ ਜੀ, हे ਸਾਰੀ ਭਾਰਤ ਭੂਮੀ ਦੇ ਗੁਰੂ ਬ੍ਰਹਮਣੋ, ਤੁਸੀਂ ਤਾਂ ਗਵਾਲੇ ਹੋ, ਅਸੀਂ ਸਾਰੀਆਂ ਗਊਆਂ ਤੁਹਾਡੀਆਂ। ਜਿੱਧਰ ਨੂੰ ਪ੍ਰੇਰਦੇ ਹੋ ਉਧਰ ਨੂੰ ਅਸੀਂ ਜਾਂਦੇ ਹਾਂ। ਜਨਮ ਜਨਮ ਰਖਵਾਰੇ। ਪਰ ਮੈਨੂੰ ਇਹ ਵੀ ਭਰੋਸਾ, ਕਬੀਰ ਸਾਹਿਬ ਜੀ ਕਹਿੰਦੇ, हे ਪ੍ਰੋਤ ਜੀ, ਜਨਮਾਂ ਜਨਮਾਂ ਦੇ ਤੁਸੀਂ ਰਾਖੇ ਹੋ। ਜਿੱਥੇ ਜਿੱਥੇ ਵੀ ਕੋਈ ਜਨਮ ਧਾਰਦਾ ਹੈ, ਬ੍ਰਾਹਮਣ ਨੂੰ ਗੁਰੂ ਮੰਨਿਆ ਜਾਂਦਾ ਸੀ। ਸਤਯੁਗ, ਦੁਆਪਰ, ਤ੍ਰੇਤਾ, ਤਿੰਨਾਂ ਯੁਗਾਂ 'ਚ ਤਾਂ ਸਤਿ ਬ੍ਰਾਹਮਣ ਗੁਰੂ ਰਿਹਾ ਹੀ ਆ ਨਾ। ਆ ਹੁਣੇ ਹੀ ਥੋੜਾ ਜਿਹਾ ਚਿਰ ਹੋਇਆ ਹਟੇ ਨੂੰ, ਹੁਣ ਬ੍ਰਾਹਮਣ ਨਹੀਂ ਰਹੇ, ਨਹੀਂ ਬ੍ਰਾਹਮਣ ਤਾਂ ਗੁਰੂ ਰਹਿਣਾ ਹੀ ਸੀ। ਉਹ ਕਿਉਂ? ਜਨੇਊ ਕਿਸੇ ਦੇ ਨਹੀਂ ਦੇਖੀਦਾ ਬ੍ਰਾਹਮਣਾਂ ਦੇ। ਜਿਹੜਾ ਆਪ ਹੀ ਨਗੁਰਾ ਹੈ, ਉਹ ਕਿਸੇ ਨੂੰ ਚੇਲਾ ਹੋਰ ਗਾਹਾਂ ਕੀ ਬਣਾਊ। ਜਿਵੇਂ ਅੱਜ ਸਾਡੇ ਤੇ ਕਿਹੜਾ ਨਹੀਂ ਹਵਾ ਆਈ, ਅੱਜ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਦੇਣ ਵਾਸਤੇ ਸਾਨੂੰ 5 4 ਸਿੰਘ ਨਹੀਂ ਲੱਭਦੇ ਸੰਗਤ ਵਿੱਚ। ਫਿਰ ਕੀ ਸਤ ਸੰਗੀ ਸਿੱਖੀ ਕਿੱਧਰ ਜਾਊਗੀ। ਸੋ ਇਹ ਕਲਯੁਗ ਦੀ ਹਵਾ ਆ ਰਹੀ ਹੈ। ਸੋ ਆਪ ਜੀ ਕਹਿੰਦੇ ਹਨ, ਹਾਂ ਤੁਸੀਂ ਤਾਂ ਭਾਈ ਗਵਾਲੇ ਹੋ ਪੰਡਤ ਜੀ, ਅਸੀਂ ਤੁਹਾਡੀਆਂ ਗਊਆਂ ਹਾਂ। ਗਵਾਲੇ ਦੇ ਇਖਤਿਆਰ ਹੁੰਦਾ ਹੈ, ਗਊਆਂ ਨੂੰ ਭਾਵੇਂ ਸੁੱਕੇ ਥੋਂ ਵਿੱਚ ਖੜਾ ਕਰ ਦੇਵੇ ਘੇਰ ਕੇ, ਭਾਵੇਂ ਸੋਹਣਾ ਹਰਾ ਹਰਾ ਘਾਹ ਚਵਾ ਦੇਵੇ, ਭਾਵੇਂ ਉਹ ਤਿਹਾਈਆਂ ਮਾਰ ਦੇਵੇ, ਭਾਵੇਂ ਕਿਨਾਰੇ ਤੇ ਗੰਗਾ ਦੇ ਲੈ ਜੇ ਉੱਥੇ ਪਾਣੀ ਪਿਆਵੇ ਉਹਨਾਂ ਨੂੰ। ਇਹ ਤਾਂ ਗਵਾਲੇ ਦੇ ਇਖਤਿਆਰ ਹੈ, ਗਊਆਂ ਵਿਚਾਰੀਆਂ ਦੇ ਕੀ ਇਖਤਿਆਰ ਹੈ। ਇਸੇ ਤਰ੍ਹਾਂ ਪੰਡਤ ਜੀ, ਇਹ ਤੁਹਾਡੇ ਬਚਨ ਸੱਤ ਨੇ। ਤੁਸੀਂ ਜਨਮਾਂ ਜਨਮਾਂ ਦੇ ਸਾਡੇ ਰੱਖਿਆ ਕਰਨ ਵਾਲੇ ਹੋ। ਤੁਹਾਡੇ ਤੇ ਹੀ ਸਾਰੀ ਪ੍ਰਜਾ ਨੂੰ ਭਰੋਸਾ ਹੈ। ਜੇ ਕੋਈ ਘਰ ਵਿੱਚ ਗ੍ਰਸਤ 'ਚ ਕਿਸੇ ਦੀ ਵਿਪਤਾ ਆਉਂਦੀ ਹੈ, ਚਲੋ ਪ੍ਰੋਤ ਨੂੰ ਪੁੱਛੀਏ, ਚਲੋ ਜੋਤਸ਼ੀ ਨੂੰ ਪੁੱਛੀਏ। ਵਾਈਆਂ ਦਾ ਤਾਂ ਪ੍ਰਵਾਹ ਚੱਲਦਾ ਹੀ ਰਹਿੰਦਾ। ਦੇਖ ਲਓ ਹੁਣ ਕਿਹੜਾ ਭਾਵਨਾ ਨਹੀਂ ਰੱਖਦੀਆਂ। ਤੁਸੀਂ ਜ਼ਰੂਰ ਗਵਾਲੇ ਹੋ ਔਰ ਅਸੀਂ ਤੁਹਾਡੀਆਂ ਗਊਆਂ ਹਾਂ। ਕਬਹੁ ਨਾ ਪਾਰ ਉਤਾਰ ਚਰਾਏ ਹੋ। ਪਰ ਇਹ ਮੇਰੇ ਕੋਲੋਂ ਬੇਨਤੀ ਸੁਣ ਲੈ, ਜਿਹੜੇ ਪਾਸੇ ਕਿਨਾਰੇ ਦੇ ਗਊਆਂ ਨਦੀ ਦੇ ਜ਼ਿਆਦੇ ਰਹਿੰਦੀਆਂ, ਉਧਰ ਘਾਹ ਮੁੱਛ ਲੈਂਦੀਆਂ, ਉਧਰ ਹੁੰਦਾ ਨਹੀਂ ਕੁਛ। ਜਿੱਥੇ ਗਊਆਂ ਨਹੀਂ ਹੁੰਦੀਆਂ, ਨਦੀ ਦੇ ਪਾਰਲੇ ਪਾਸੇ ਘਾਹ ਬਹੁਤ ਹੋ ਜਾਂਦਾ ਕਿ ਉੱਥੇ ਚਰਨ ਵਾਲਾ ਕੋਈ ਹੁੰਦਾ ਨਹੀਂ। ਤੁਸੀਂ ਸਾਨੂੰ ਨਦੀ ਦੇ ਉਰੇ ਉਰੇ ਹੀ ਚਰਾਉਂਦੇ ਰਹੇ ਹੋ ਘਾਹ, ਨਦੀ ਤੋਂ ਪਾਰ ਨਹੀਂ ਕਦੇ ਲੈ ਕੇ ਗਏ। ਤੁਸੀਂ ਸਾਡੇ ਗਵਾਲੇ ਹੋ, ਅਸੀਂ ਤੁਹਾਡੀਆਂ ਗਊਆਂ ਹਾਂ। ਉਹ ਕਿਵੇਂ? ਪੰਡਤ ਜੀ ਕਹਿੰਦਾ ਮੈਨੂੰ ਤਾਂ ਸਮਝ ਨਹੀਂ ਆਈ। ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਕਿਉਂ ਸਮਝ ਨਹੀਂ ਆਈ? ਆਸਾ ਤੇ ਤ੍ਰਿਸ਼ਨਾ ਦੀਆਂ ਦੋ ਨਦੀਆਂ ਹਨ, ਹਮੇਸ਼ਾ ਵਾਸਤੇ ਚੱਲਦੀਆਂ। ਕਿੱਥੇ ਚੱਲਦੀਆਂ? ਸਾਰਿਆਂ ਦੇ ਹਿਰਦਿਆਂ 'ਚ ਚੱਲਦੀਆਂ। ਤੁਸੀਂ ਸਾਨੂੰ ਇਹਨਾਂ ਤੋਂ ਪਾਰ ਨਹੀਂ ਕਦੇ ਲੈ ਕੇ ਗਏ। ਉਰਲੇ ਪਾਸੇ ਕਿਹੜਾ ਘਾਹ ਤੇ ਪਰਲੇ ਪਾਸੇ? ਉਰਲੇ ਪਾਸੇ ਸਕਾਮ ਕਰਮਾਂ ਦਾ ਘਾਹ ਹੈ। ਇਹਨਾਂ ਨਦੀਆਂ ਦੇ ਪਰਲੇ ਪਾਸੇ ਟੱਪ ਜੀਏ ਤਾਂ ਨਿਸਕਾਮ ਕਰਮਾਂ ਦਾ ਘਾਹ ਹੈ। ਜਿਹੜਾ ਨਿਸਕਾਮ ਕਰਮਾਂ ਦਾ ਘਾਹ ਖਾ ਜਾਵੇਗੀ ਗਊ, ਉਹਦੇ ਦੁੱਧ ਬਹੁਤ ਵਧੇਗਾ ਔਰ ਮੱਖਣ ਵਗੈਰਾ ਸਭ ਪਦਾਰਥ ਹੋਣਗੇ। ਜਿਹੜੀ ਸਕਾਮ ਕਰਮਾਂ ਦਾ ਘਾਹ ਖਾਵੇਗੀ ਉਹ ਆਸਬ ਨਹੀਂ ਲੱਗੇਗੀ। ਉਹ ਕਹਿੰਦਾ ਕਿਸ ਤਰ੍ਹਾਂ? ਕਹਿਣ ਲੱਗੇ ਤੁਸੀਂ ਸਾਨੂੰ ਪ੍ਰੇਰਦੇ ਹੋ ਕਿ ਨਹੀਂ? ਪੁੰਨ ਕਰੋ ਜੀ, ਦਾਨ ਕਰੋ ਜੀ। ਅਸੀਂ ਕਾਮਨਾ ਦੇ ਬੱਧੇ ਹੋਏ ਕਹਿੰਦੇ ਜੀ ਸਾਨੂੰ ਦੁੱਧ ਚਾਹੀਦਾ, ਪੁੱਤ ਚਾਹੀਦਾ, ਘਰ ਤੰਦਰੁਸਤੀ ਚਾਹੀਦੀ ਹੈ, ਸਹਿਤ ਕਾਮਨਾ ਦੇ ਹਾਂ ਅਸੀਂ। ਸਾਨੂੰ ਤੁਸੀਂ ਯਤਨ ਦੱਸ ਦਿੰਦੇ ਹੋ, ਲੋ ਇੰਨੇ ਪਾਠ ਕਰਾ ਲਓ, ਆਹ ਕੁਛ ਕਰਾ ਲਓ, ਸਾਨੂੰ ਆਹ ਦੇ ਦਿਓ, ਤੁਹਾਡੀ ਆਹ ਕਾਮਨਾ ਪੂਰੀ ਹੋ ਜੂਗੀ। ਤੁਸੀਂ ਉਹ ਨਹੀਂ ਕਦੇ ਕਿਹਾ ਬਈ ਕਾਮਨਾ ਨੂੰ ਤਿਆਗ ਦਿਓ। ਆਸਾ ਤੇ ਤ੍ਰਿਸ਼ਨਾ ਜਿੰਨਾ ਚਿਰ ਅੰਦਰ ਹੈਗੀ, ਉਹਨਾਂ ਚਿਰ ਆਪਣੀਆਂ ਕਾਮਨਾ ਕਦੇ ਇੱਛਾ ਹਟੀ ਨਹੀਂ ਸਕਦੀ। ਆਸਾ ਤੇ ਤ੍ਰਿਸ਼ਨਾ ਦੀਆਂ ਦੋ ਨਦੀਆਂ ਚੱਲਦੀਆਂ। ਤੁਸੀਂ ਜੇ ਗਵਾਲੇ ਸਾਡੇ, ਸਾਨੂੰ ਆਸਾ ਤ੍ਰਿਸ਼ਨਾ ਤੋਂ ਪਾਰ ਕਰਨ ਦਾ ਉਪਦੇਸ਼ ਦਿਓ। ਬਈ ਪ੍ਰੇਮੀਓ, ਤੁਸੀਂ ਆਸਾ ਤੇ ਤ੍ਰਿਸ਼ਨਾ ਨੂੰ ਛੱਡ ਦਿਓ ਤੇ ਕੀ ਕਰੋ? ਪਾਰ ਕਰਕੇ ਆਸਾ ਤੇ ਤ੍ਰਿਸ਼ਨਾ ਦੀਆਂ ਨਦੀਆਂ ਤੋਂ ਸਾਨੂੰ ਨਿਸਕਾਮ ਕਰਮਾਂ ਦਾ ਘਾਹ ਖਵਾਓ। ਉਹ ਕਿਹੜਾ? ਜਦੋਂ ਆਪਾਂ ਸੰਗਤ ਚਾਹੁੰਦੇ ਆ, ਸੇਵਾ ਥੋੜੀ ਮੰਗਣ ਬਹੁਤਾ। ਸੇਵਾ ਥੋੜੀ ਜਿਹੀ ਕਰਨੀ, ਮੰਗਣਾ ਬਹੁਤਾ। ਇਹ ਸਕਾਮ ਕਰਮ ਨੇ। ਮਹਾਰਾਜ ਕਹਿੰਦੇ ਇਉਂ ਨਹੀਂ ਕਰਨਾ। ਦਾਨ ਦੇ ਕਰਕੇ ਕੁਝ ਮੰਗਣਾ ਨਹੀਂ, ਪਰਮੇਸ਼ਰ ਦਾ ਹੀ ਸਮਝਣਾ ਸਭ ਕੁਝ। ਫਿਰ ਕੀ ਹੋਊਗਾ?
ਦੁੱਧ ਵੀ ਓਨਾ ਚਿੱਟਾ ਨਹੀਂ ਜਿੰਨਾ ਤੁਹਾਡਾ ਮਨ ਸੱਚੋਂ ਹੀ ਚਿੱਟਾ ਉਜਲ ਹੋ ਜਾਵੇਗਾ। ਇਹ ਤੁਸੀਂ ਸਿੱਖਿਆ ਰੂਪੀ ਸਾਨੂੰ ਕਦੇ ਘਾਹ ਨਹੀਂ ਚਰਾਇਆ। ਗਵਾਲੇ ਤੁਸੀਂ ਹੋ, ਅਸੀਂ ਤੁਹਾਡੀਆਂ ਗਊਆਂ ਹਾਂ, ਪਰ ਸਾਡੇ ਤੇ ਕਿਰਪਾ ਕਰੋ, ਇਹ ਤੁਹਾਡੇ ਚ ਘਾਟ ਹੈ। ਤੁਸੀਂ ਸਾਨੂੰ ਨਿਸਕਾਮ ਕਰਮਾਂ ਰੂਪੀ ਕਦੇ ਘਾਹ ਨਹੀਂ ਚਰਾਇਆ। ਜੇ ਅਸੀਂ ਨਿਸਕਾਮ ਸੇਵਾ ਕਰੀਏ, ਧਰਮ ਦੀ ਕਿਰਤ ਕਰਕੇ ਲਿਆ ਕੇ ਸੰਗਤ ਦੇ ਮੂਹਰੇ ਰੱਖਦੀ ਹੈ, ਸੰਗਤ ਜੀ ਜੇ ਵਾਹਿਗੁਰੂ ਤੰਦਰੁਸਤੀ ਨਾ ਦਿੰਦਾ, ਜੇ ਵਾਹਿਗੁਰੂ ਸੋਹਣੀ ਦੇਹ ਨਾ ਦਿੰਦਾ, ਆਹ ਕਿਰਤ ਕਿਹਨੇ ਕਰਨੀ ਸੀ? ਇਹ ਤੁਹਾਡੀ ਹੋਈ ਹੈ, ਇਹ ਗੁਰੂ ਸਾਹਿਬ ਦੀ ਹੈ। ਆਪਣੇ ਹੱਥ ਚੱਕ ਕੇ ਗੁਰੂ ਸਾਹਿਬ ਦੇ ਦੇਣ ਸਿੱਖ ਨੂੰ, ਉਹ ਵੱਖਰੀ ਹੈ। ਜਿਵੇਂ ਗ੍ਰਸਤ ਦੇ ਅੰਦਰ ਜਿਹੜਾ ਬੱਚਾ ਸਾਰੀ ਤਨਖਾਹ ਲਿਆ ਕੇ ਮਾਂ ਦੇ ਮੂੰਹ ਦੇ ਪਿਓ ਦੇ ਮੂਹਰੇ ਰੱਖ ਦਿੰਦਾ, ਲਓ ਜਿੰਨੀ ਕੁ ਮੈਨੂੰ ਖਰਚਣ ਨੂੰ ਦੇਣੀ ਹੈ ਦੇ ਦਿਓ, ਆਹ ਸਰੀਰ ਤੁਸੀਂ ਹੀ ਦਿੱਤਾ ਸੀ, ਇਹਨੂੰ ਤੁਸੀਂ ਹੀ ਵਿਦਿਆ ਪੜ੍ਹਾਈ ਹੈ, ਇਹੀ ਕਮਾ ਕੇ ਲਿਆਇਆ ਹੈ, ਇਹ ਤੁਹਾਡੀ ਅਮਾਨਤ ਹੈ। ਇਹੋ ਜਿਹਾ ਪੁੱਤਰ ਧੀ ਸਾਧ ਸੰਗਤ ਜੀ ਕਰੋੜਾਂ ਚੋਂ ਇੱਕ ਹੀ ਹੋਵੇਗਾ। ਇਹੋ ਜਿਹਾ ਸਿੱਖ ਵੀ ਕਰੋੜਾਂ ਚੋਂ ਇੱਕ ਹੀ ਹੋਵੇਗਾ ਜਿਹੜਾ ਆਪਣੀ ਸਾਰੀ ਕਿਰਤ ਕਰਕੇ ਗੁਰੂ ਘਰ ਅਰਪ ਦੇਵੇ। ਲੋ ਮਹਾਰਾਜ ਸਭ ਕੁਛ ਤੇਰਾ ਕੀਆ ਤੁਝੇ ਕਿਆ ਅਰਪੋ। ਇਹੋ ਜੀ ਬਿਰਤੀ ਨਹੀਂ ਸਾਡੀ ਕੀਤੀ ਪੰਡਤੋ। ਤੁਸੀਂ ਨਿਸਕਾਮ ਕਰਨ ਰੂਪੀ ਸਾਨੂੰ ਘਾਹ ਨਾ ਖਵਾਇਆ, ਜਿਹਦੇ ਨਾਲ ਸਾਡਾ ਮਨ ਦੁੱਧ ਵਰਗਾ ਉੱਜਲ ਹੋ ਜਾਂਦਾ। ਜੇ ਮਨ ਉੱਜਲ ਹੋ ਜਾਂਦਾ, ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ। ਕੈਸੇ ਖਸਮ ਹਮਾਰੇ, ਅਸੀਂ ਕੈਸੇ ਖਸਮ ਹਮਾਰੇ, ਤੁਸੀਂ ਸਾਡੇ ਕਾਹਦੇ ਖਸਮ ਮਾਲਕ ਹੋ? ਤੁਸੀਂ ਸਾਨੂੰ ਚੰਗਾ ਘਾਹ ਨਹੀਂ ਛਕਾਇਆ, ਸਾਨੂੰ ਸੋਹਣੀ ਸਿੱਖਿਆ ਨਹੀਂ ਦਿੱਤੀ। ਤੂੰ ਬਾਮਨ ਮੈਂ ਕਾਸੀ ਕੁ ਜੁਲਹਾ, ਕਹਿੰਦਾ ਉਹ ਜਲਾਹਾ ਤੂੰ ਬਾਹਲੀਆਂ ਗੱਲਾਂ ਬਾਤਾਂ ਮਾਰਦਾ, ਮੈਂ ਬਾਹਮਣ ਆ ਬਾਹਮਣ। ਫੇਰ ਵੀ ਨਿਮਰਤਾ। ਕਹਿੰਦਾ ਹਾਂ ਮੁਕੰਦੇ ਜੀ ਤੁਸੀਂ ਬ੍ਰਾਹਮਣ ਹੀ ਹੋ, ਬਾਮਨ ਅਵਤਾਰ ਤੁਹਾਡੇ 'ਚ ਹੀ ਹੋਇਆ, ਉਹਦੇ ਵਰਗਾ ਲੋਭੀ ਕੋਈ ਨਹੀਂ ਸੀ। ਕਰੋ ਢਾਈ ਧਰਤੀ ਮੰਗੀ ਬਾਮਨ ਰੂਪ ਮਹਾਨੇ, ਰਾਜੇ ਬਲ ਦੇ ਦਰ ਤੇ ਜਾ ਖੜਿਆ, ਸਾਰੇ ਜਾਚਕ ਇਹ ਵੀ ਜਾਚਕ ਬਣ ਕੇ ਜਾ ਖੜਿਆ, ਸਭ ਨੂੰ ਦਾਨ ਦੇ ਰਿਹਾ, ਜੱਗ ਹੋ ਰਿਹਾ, ਬੜਾ ਭਾਰੀ ਭੰਡਾਰਾ ਚੱਲ ਰਿਹਾ। ਕਹਿੰਦੇ ਵਿਰੋਧ ਜੀ ਤੂੰ ਕੀ ਲੈਣਾ? ਕਹਿੰਦਾ ਮੈਂ ਤਾਂ ਢਾਈ ਕਰਮਾਂ ਧਰਤੀ ਲੈਣੀ, ਹੋਰ ਤਾਂ ਮੈਨੂੰ ਲੋੜ ਲਾਲਚੀ ਨਹੀਂ ਕੋਈ ਲੈਣ ਦਾ। ਕਹਿੰਦਾ ਇੰਨਾ ਲੋਭੀ ਬਾਮਨ, ਢਾਈ ਕਰਮਾਂ ਧਰਤੀ ਛੜ ਕੇ ਸਾਰੇ ਤਿੰਨੇ ਲੋਕ ਹੀ ਮਿਲ ਲਏ, ਉਹਦੀ ਛਾਤੀ ਵੀ ਬਣਾਤੀ ਉਹਨੇ, ਉਹਦਾ ਸਰੀਰ ਵੀ ਲੈ ਲਿਆ। ਤੂੰ ਮੈਨੂੰ ਉਹ ਬਾਮਨ ਅਵਤਾਰ ਚੋਂ ਬਾਮਣਾ ਉਹੀ ਤਾਂ ਨਹੀਂ ਤੂੰ ਕਿਤੇ, ਤੂੰ ਬਾਮਨ ਮੈਂ ਕਾਸੀ ਕ ਜੁਲਹਾ, ਤੂੰ ਉਹਦੇ ਵਰਗਾ ਛੜੀਆ ਤਾਂ ਨਹੀਂ, ਬਾਮਨ ਟੇਢੇ ਮਨ ਵਾਲਾ ਹੈ ਤਾਂ ਨਹੀਂ ਤੂੰ। ਮੇਰੇ ਨਾਲ ਪਿਆਰ ਨਾਲ ਬਚਨ ਕਰਨਾ ਆਇਆ, ਮੇਰੇ ਨਾਲ ਛਲ ਬਣਨਾ ਕਰਨਾ ਆਇਆ। ਤੂੰ ਬਾਮਨ ਮੈਂ ਕਾਸੀ ਕ ਜੁਲਹਾ, ਤੂੰ ਵੀ ਕਾਂਸੀ ਦਾ ਬ੍ਰਾਹਮਣ ਹੈ, ਮੈਂ ਇੱਥੇ ਦਾ ਜੁਲਾਹਾ ਹਾਂ। ਬੁਝੋ ਮੋਰ ਗਿਆਨਾ, ਮੇਰੇ ਗਿਆਨ ਵਿਚਾਰ ਨੂੰ ਬੁੱਝ, ਜਿਹੜੇ ਮੈਂ ਤੈਨੂੰ ਬਚਨ ਕਹਿ ਰਿਹਾ ਇਹਨਾਂ ਨੂੰ ਬੁੱਝ ਸਮਝ। ਹੈ ਪ੍ਰੋਤ ਜੀ, ਹੈ ਮੁਕੰਦੇ, ਮੈਂ ਕਾਸੀ ਕ ਜੁਲਹਾ, ਮੈਂ ਕਾਂਸੀ ਚ ਆਇਆ ਜੋ ਲਾਹਾ ਲੈਣ ਵਾਸਤੇ ਆਇਆ ਹਾਂ। ਜੁਲਾਹਾ ਐਵੇਂ ਨਹੀਂ ਸਦਾਉਂਦਾ, ਮੈਂ ਸੰਸਾਰ ਚ ਲਾਹਾ ਲੈਣ ਵਾਸਤੇ ਆਇਆ ਹਾਂ। ਬੁਝੋ ਮੋਰ ਗਿਆਨਾ, ਇਹ ਮੇਰੇ ਵਿਚਾਰ ਨੂੰ ਬੁੱਝਤਾ ਸਹੀ, ਤੂੰ ਬੜੀ ਉਜਲ ਬਿਰਤੀ ਵਾਲਾ, ਅੰਤਿਸ਼ਕਨ ਦੀ ਸੁੱਧੀ ਹੈ ਤੇਰੀ ਪੰਡਤ ਜੀ, ਤੂੰ ਸਮਝ ਇਸ ਨੂੰ। ਤੁਮ ਤੋ ਜਾਚੈ ਭੂਪਤ ਰਾਜੇ, ਪਰ ਇਹ ਚੇਤੇ ਰੱਖ ਲਈ, ਤੁਮ ਤੋ ਜਾਚੇ ਭੂਪਤ ਰਾਜੇ। ਭੂਪ ਪ੍ਰਿਥਵੀ ਦੇ ਪਤੀ ਵੱਡੇ ਵੱਡੇ ਰਾਜੇ, ਉਹਨਾਂ ਦੇ ਦਰਬਾਰ 'ਚ ਤੁਸੀਂ ਜਾ ਕੇ ਮੰਗਦੇ ਹੋ, ਅਸ਼ੀਰਵਾਦਾਂ ਦਿੰਦੇ ਹੋ, ਜਜਮਾਨ ਸੁਖੀ ਰਹੋ, ਉਹਨਾਂ ਨੂੰ ਫਿਰ ਵਰਦਾਨ ਦਿੰਦੇ ਹੋ, ਉਹਨਾਂ ਦੀ ਮੰਗ ਪੂਰੀ ਕਰਦੇ ਹੋ। ਮੈਂ ਨਹੀਂ ਕਦੇ ਰਾਜਿਆਂ ਕੋਲੇ ਮੰਗਣ ਗਿਆ, ਹਰ ਸੋ ਮੋਰ ਧਿਆਨਾ, ਮੈਂ ਤਾਂ ਹਰੀ ਪਰਮੇਸ਼ਰ ਦੇ ਨਾਲ ਧਿਆਨ ਲਾ ਕੇ ਰੱਖਦਾ ਹਾਂ। ਮੇਰਾ ਹਰੀ ਪਰਮੇਸ਼ਰ ਦੇ ਨਾਲ ਧਿਆਨ ਹੈ। ਤੁਸੀਂ ਉਹਦੇ ਨਾਲ ਪਿੱਠ ਦੇ ਕਰਕੇ ਨਾ ਭਗਵਾਨ ਨੂੰ, ਤੁਸੀਂ ਵੱਡੇ ਵੱਡੇ ਰਾਜਿਆਂ ਦੇ ਦਰ ਤੇ ਜਾ ਕੇ ਉਹਨਾਂ ਨੂੰ ਗ੍ਰਹਿ ਚੰਬੇੜਦੇ ਨੇ, ਤੇਰੇ ਸਾੜ ਸਤੀ ਆਈ, ਤੇਰੇ ਤੇ ਆਹ ਕੁਛ ਆਇਆ, ਫਿਰ ਤੁਸੀਂ ਉਹਨਾਂ ਦੇ ਦਰਾਂ ਤੇ ਭਿੱਖਿਆ ਮੰਗਦੇ ਹੋ। ਇਹ ਤੁਹਾਡੇ ਵਾਸਤੇ ਠੀਕ ਨਹੀਂ। ਆਸਾ ਜਗ ਜੀਵਨ ਐਸਾ ਸੁਪਨੇ ਜੈਸਾ, ਬੜਾ ਸ਼ਰਮਿੰਦਾ ਹੋਇਆ ਸਤ ਸੰਗਤ ਜੀ, ਚਰਨੀ ਪੈ ਗਿਆ। ਕਬੀਰ ਸਾਹਿਬ ਜੀ ਕਹਿੰਦੇ ਨਾ ਪ੍ਰੋਤ ਜੀ, ਮੈਂ ਤਾਂ ਜਰਾਹਾਂ, ਆ ਬ੍ਰਾਹਮਣ ਹੋ, ਕਿਰਪਾ ਕਰੋ, ਅੱਗੇ ਵਾਸਤੇ ਉਪਦੇਸ਼ ਜਿਤਨਾ ਨੂੰ ਤੁਸੀਂ ਦਿੰਦੇ ਹੋ, ਚੰਗਾ ਚੰਗਾ ਉਪਦੇਸ਼ ਦਿਆ ਕਰੋ, ਕਾਮਨਾ ਦੇ ਸਹਿਤ ਨਾ ਦਿਆ ਕਰੋ।
ਲੋਕਾਂ ਨੂੰ ਭਗਤੀ ਚ ਲਾਓ, ਜਿਸ ਕਰਕੇ ਉਹਨਾਂ ਦਾ ਆਵਾਗਮਨ ਚੱਕਿਆ ਜਾਵੇ। ਸੋ ਅੱਗੇ ਸਤ ਸੰਗੀ ਉਪਦੇਸ਼ ਦਿੰਦੇ ਹਨ। ਕਹਿੰਦੇ ਕਬੀਰ ਸਾਹਿਬ ਜੀ ਸਤਸੰਗੀ ਇਕੱਠੇ ਹੋਏ ਨੇ, ਕਹਿੰਦੇ ਮਹਾਰਾਜ ਕਿਰਪਾ ਕਰੋ, ਆ ਜਿਹੜਾ ਸੰਸਾਰ ਹੈ ਇਹ ਕੈਸਾ ਹੈ, ਔਰ ਜੀਵਾਂ ਦੇ ਸੁਭਾਅ ਦੱਸੋ ਮਹਾਰਾਜ ਕੈਸੇ ਨੇ। ਤਾਂ ਕਬੀਰ ਸਾਹਿਬ ਜੀ ਦੱਸਦੇ ਹਨ, ਜਗ ਜੀਵਨ ਐਸਾ ਸੁਪਨੇ ਜੈਸਾ। ਕਹਿੰਦੇ ਭਾਈ ਜਿਹੜੇ ਜਗ ਦੇ ਜੀਵ ਨੇ ਐਸੇ ਜੇ ਨੇ, ਤੁਹਾਨੂੰ ਦੱਸ ਦਿੰਦੇ ਹਾਂ। ਜਗ ਜੀਵਨ ਜਿਹੜਾ ਵਾਹਿਗੁਰੂ ਦਾ ਜੀਵਨ ਰੂਪ ਪਰਮੇਸ਼ਰ ਹੈ, ਉਸ ਨੂੰ ਸੁਪਨੇ ਜੈਸਾ ਮੰਨਦੇ। ਮੈਂ ਸੁਪਨਾ ਨੂੰ ਝੂਠਾ ਮੰਨਦੇ ਆ ਨਾ, ਇਹ ਰੱਬ ਨੂੰ ਕਹਿੰਦੇ ਵੀ ਦੁਨੀਆ ਕਹੀ ਜਾਂਦੀ ਹੈ ਰੱਬ ਹੈਗਾ ਰੱਬ ਹੈਗਾ, ਦੇਖਿਆ ਕਿਦਾ ਨਹੀਂ ਹੈ। ਜਿੱਦਣ ਦੇ ਆਪ ਹੀ ਕਮਾਉਨੇ ਆਪ ਹੀ ਖਾਣੇ ਆ, ਰੱਬ ਉੱਤੇ ਹੋਰ ਹੀ ਲਾਇਆ ਹੋਇਆ ਲੋਕਾਂ ਨੇ ਵੀ ਰੱਬ ਆਹ ਕਰਦਾ ਰੱਬ ਆਹ ਕਰਦਾ। ਕਦੇ ਨਹੀਂ ਸਾਡੇ ਮੱਕੀ ਗੁੱਡਣ ਆਇਆ, ਕਦੇ ਨਹੀਂ ਸਾਡੀ ਕੋਈ ਦੁਕਾਨ ਤੇ ਬੈਠਾ। ਸਾਰੇ ਕਹਿੰਦੇ ਹਨ ਵੀ ਮੰਨ ਲੈਂਦੇ ਆ ਲੋਕਾਂ ਦੇ ਕਹੇ ਹਾਂ ਹੈਗਾ ਰੱਬ ਹੈਗਾ, ਉਸ ਨੂੰ ਤਾਂ ਸੁਪਨੇ ਵਾਂਗੂ ਝੂਠਾ ਹੀ ਮੰਨਦੇ ਨੇ ਰੱਬ ਨੂੰ। ਜੀਵਨ ਸੁਪਨ ਸਮਾਨ। ਔਰ ਜਿਹੜਾ ਜੀਵਨ ਆ ਆਪਣੀ ਜ਼ਿੰਦਗੀ ਇਹ ਸੁਪਨੇ ਸਮਾਨ ਹੈ, ਇਹਨੂੰ ਸੱਚੀ ਮੰਨਦੇ ਹੈ ਕਿ ਮੈਂ ਤਾਂ ਮਰਨਾ ਹੀ ਨਹੀਂ ਹੈ, ਇਹ ਹੈ ਹੀ ਸੱਚੀ। ਲੇਕਿਨ ਉਲਟ ਸਮਝਦੇ ਹੈ। ਸਮਝਣਾ ਚਾਹੀਦਾ ਗੁਰਮਤਿ ਦੇ ਧਾਰਨੀ ਹੋ ਕੇ ਇਹ ਕਿ ਵਾਹਿਗੁਰੂ ਭਾਈ ਤਿੰਨੇ ਕਾਲ ਸੱਚ ਸਰੂਪ ਹੈ, ਜਗ ਜੀਵਨ ਹੈ। ਸਾਰੇ ਜੀਵਾਂ ਦਾ ਜਗਤ ਦੇ ਜੀਵ ਨੇ ਉਹਨਾਂ ਦਾ ਜੀਵਨ ਰੂਪ ਹੈ। ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਿਖਿਆਨਾ। ਇਹ ਵਾਹਿਗੁਰੂ ਜਦੋਂ ਆਪਣੀ ਜੋਤ ਖਿੱਚ ਰਹਿਣਾ ਕਿਸੇ ਸਰੀਰ ਚੋਂ, ਕੋਈ ਵਿਖਿਆਨ ਕਰਕੇ ਤਾਂ ਦਿਖਾਵੇ। ਉਂਗਲੀ ਨਹੀਂ ਹਿੱਲਦੀ ਹੈ ਉਹ ਸੱਤਾ ਸਪੁਰਤੀ ਦੇਣੇ ਵਾਲਾ, ਹਰ ਤਰ੍ਹਾਂ ਸਾਰਿਆਂ ਦੇ ਹਿਰਦੇ 'ਚ ਵਸਦਾ ਹੈ। ਉਹਨੂੰ ਇਉਂ ਸਮਝਦੇ ਨੇ ਜੋ ਸੁਪਨਾ ਆਇਆ ਹੁੰਦਾ ਝੂਠਾ ਹੀ ਹੈ ਰੱਬ। ਔਰ ਜਿਹੜਾ ਜੀਵਾਂ ਦਾ ਜ਼ਿੰਦਗੀ ਹੈ ਇਸ ਨੂੰ ਸੱਚੀ ਸਮਝਦੇ ਹਨ। ਸਾਚ ਕਰ ਹਮ ਗਾਂਠ ਦੀਨੀ। ਕਹਿੰਦੇ ਕਿਵੇਂ? ਕਹਿੰਦੇ ਸਾਚ ਕਰ ਹਮ ਗਾਂਠ ਦੀਨੀ। ਇਹ ਵੀ ਨਹੀਂ ਵੀ ਖੁੱਲਾ ਛੱਡਿਆ, ਗੱਠ ਦਿੱਤੀ ਹੋਈ ਆ ਅੰਦਰ ਬੜੀ ਕਹਿੜੀ ਗੋਲ, ਸੱਚ ਮੰਨ ਕਰਕੇ ਕਿ ਅਸੀਂ ਹੈ ਹੀ ਸੱਚਾ, ਸਰੀਰ ਸੱਚਾ ਹੈ, ਪਰਮੇਸ਼ਰ ਸੱਚਾ ਨਹੀਂ, ਮੇਰਾ ਸਰੀਰ ਸੱਚਾ ਹੈ। ਇਉਂ ਨਹੀਂ ਪਤਾ ਵੀ ਜਿਹੜਾ ਬਾਲਕ ਅਵਸਥਾ ਸੀ ਉਹ ਹੈ ਹੀ ਨਹੀਂ, ਜਿਹੜਾ ਜਵਾਨੀ ਸੀ ਉਹ ਸਰੀਰ ਹੈ ਨਹੀਂ ਹੁਣ, ਜਿਹੜਾ ਬੁਢੇਪੇ 'ਚ ਉਹ ਵੀ ਗਿਆ, ਗਾਹਾਂ ਮੌਤ ਆ ਰਹੀ ਹੈ ਉੱਤੇ ਖੜੀ ਹੈ। ਜਿਹੜਾ ਬਦਲਦਾ ਜਾਂਦਾ ਉਹਨੂੰ ਕਹਿੰਦਾ ਇਹ ਸੱਚਾ ਹੈ। ਸਾਚ ਕਾਠਮ ਗਾਠ ਦੀਨੀ। ਹੇ ਪ੍ਰੇਮੀਓ, ਆਪਾਂ ਸਾਰਿਆਂ ਨੇ ਹੀ ਸਰੀਰ ਨੂੰ ਸੱਚਾ ਸਮਝ ਕੇ ਨਿਸ਼ਚੇ ਰੂਪੀ ਗੱਠ ਦਿੱਤੀ ਹੋਈ ਹੈ ਵੀ ਸਰੀਰ ਸੱਚਾ, ਰੱਬ ਪਤਾ ਨਹੀਂ ਹੈ ਕਿ ਨਹੀਂ। ਛੋੜ ਪਰਮ ਨਿਦਾਨ। ਛੱਡ ਕਿਹਨੂੰ ਦਿੱਤਾ? ਪਰਮ ਜੋ ਨਿਧਾਨ ਖਜ਼ਾਨਾ ਰੂਪ ਪਰਮੇਸ਼ਰ ਹੈ, ਉਹਨੂੰ ਛੱਡ ਕੇ ਉਹ ਤੋਂ ਬੇਮੁਖ ਹੋ ਕੇ ਅਸੀਂ ਜੀਵਨ ਨੂੰ ਸੱਚਾ ਸਮਝ ਲਿਆ। ਆ ਜਗ ਮਿੱਠਾ ਅਗਲਾ ਕੇ ਡਿੱਠਾ, ਐਸੀਆਂ ਕਹਾਵਤਾਂ ਬਣਾਤੀਆਂ। ਬਾਬਾ ਮਾਇਆ ਮੋਹ ਹਿਤ ਕੀਨ। ਬਾਬਾ ਸਤ ਸੰਗਤ ਜੀ ਦੇਖੋ ਮਿੱਠੇ ਬਚਨ ਹਨ। ਜਿਹਨੂੰ ਉਪਦੇਸ਼ ਦੇਣਾ, ਅੱਜ ਕੱਲ ਯੁੱਗ ਦੇ ਜੀਵ ਜਿਹਨੂੰ ਉਪਦੇਸ਼ ਦੇਣ ਉਹਨੂੰ ਛੋਟਾ ਮੰਨਦੇ ਹੈ। ਅੱਗੇ ਭਾਈ ਜਿਹੜੇ ਉਪਦੇਸ਼ ਦਿਆ ਕਰਦੇ, ਉਪਦੇਸ਼ ਦੇਣ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਸੀ ਕਿ ਜਿਹੜਾ ਲੈਣ ਆਇਆ ਇਹ ਪਰਮੇਸ਼ਰ ਨੇ ਭੇਜਿਆ ਹੈ, ਇਹਦੇ ਅੰਦਰ ਪਰਮੇਸ਼ਰ ਵਸਦਾ, ਇਹਦੇ ਉੱਚੇ ਭਾਗ ਹਨ, ਐਵੇਂ ਨਹੀਂ ਆਇਆ ਹੈ। ਸੋ ਬਾਬਾ ਉੱਤਮ ਅਧਿਕਾਰੀ ਜਾਣ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਹਨ। ਗੁਰੂ ਨਾਨਕ ਦੇਵ ਜੀ ਬਾਬਾ ਸ਼ਬਦ ਵਰਤਿਆ ਕਰਦੇ। ਸੋ ਬਾਬਾ ਉੱਤਮ ਅਧਿਕਾਰੀ ਨੂੰ, ਜਿਗਿਆਸੂ ਨੂੰ ਕਹਿੰਦੇ ਹਨ, ਇਹ ਭਾਈ ਬਾਬਾ ਮਾਇਆ ਮੋਹਿਤ ਕੀਨ। ਇਹ ਜੀਵਾਂ ਨੇ ਮਾਇਆ ਦੇ ਮੋਹ ਕਰਕੇ ਸਾਰੇ ਸਰੀਰ ਦੇ ਨਾਲ, ਪਦਾਰਥਾਂ ਨਾਲ ਹਿੱਤ ਕੀਤਾ ਹੋਇਆ ਹੈ। ਜੇ ਮਾਇਆ ਨਾਲ ਮੋਹ ਨਾ ਹੋਵੇ ਤਾਂ ਆਪਾਂ ਹੋਰ ਪਦਾਰਥਾਂ ਨਾਲ ਕਦੇ ਮੋਹ ਨਾ ਕਰੀਏ। ਮਾਇਆ ਮੁੱਢ ਹੈ, ਮਾਇਆ ਦਾ ਮੋਹ ਕਰਕੇ ਇਹ ਸਾਰਿਆਂ ਨੇ ਹਿੱਤ ਕਰ ਰਿਹਾ ਹੈ। ਜਿਨ ਗਿਆਨ ਰਤਨ ਹਿਰਲੀਨ। ਉਹ ਮਾਇਆ ਦੇ ਮੋਹ ਨੇ ਸਾਨੂੰ ਕੀ ਵਿਗਾੜਿਆ? ਸਾਡਾ ਗਿਆਨ ਰਤਨ ਸਾਡੇ ਕੋਲੋਂ ਖੋਹ ਲਿਆ। ਆ ਜਿਹੜਾ ਗੁਰੂ ਸਾਹਿਬ ਬਖਸ਼ਦੇ ਬ੍ਰਹਮ ਗਿਆਨ ਦੀਆਂ ਪ੍ਰਾਪਤੀਆਂ, ਸਰਵਣ ਗਿਆਨ, ਮੰਨਣ ਗਿਆਨ, ਨਿਧਿਆਸਣ ਗਿਆਨ, ਤਤਵ ਦਾ ਸੋਧਾ ਸੋਧਨ ਗਿਆਨ, ਉਦੋਂ ਅੱਗੇ ਬ੍ਰਹਮ ਗਿਆਨ, ਇਹ ਸਾਰੇ ਗਿਆਨ ਖੋਲੇ ਸਾਡੇ ਕੋਲੋਂ। ਕੀ ਨੇ? ਮਾਇਆ ਦੇ ਮੋਹ ਨੇ ਇਹ ਖੋਲੇ ਹਨ। ਰਹਾਓ ਨੈਣ ਦੇਖ ਪਤੰਗ ਉਰਝੈ। ਸੰਬੋਧਨ ਕਰਕੇ ਸਾਰੀ ਸੰਗਤ ਨੂੰ ਕਹਿੰਦੇ ਨੇ, ਦੇਖੋ ਪ੍ਰੇਮੀਓ, ਨੈਣ ਦੇਖ ਪਤੰਗ ਉਰਝੈ। ਪ੍ਰਤੱਖ ਦੇਖਦੇ ਹਾਂ ਨੇਤਰਾਂ ਨਾਲ, ਜਿਹਨੂੰ ਭਮੱਕੜ ਕਹਿੰਦੇ ਆ, ਪਤੰਗਾ, ਉਹ ਦੇਖ ਕੇ ਨਾ ਦੀਵੇ ਨੂੰ ਉਲਝ ਜਾਂਦਾ ਹੈ। ਉਹਨੂੰ ਇਹ ਗਿਆਨ ਨਹੀਂ
ਕਿ ਮੈਨੂੰ ਇਹ ਫੂਕ ਦੂਗਾ। ਇੱਕ ਅੰਗੀ ਪ੍ਰੀਤੀ ਹੈ। ਸਤ ਸੰਗਤ ਜੀ, ਗੁਰੂ ਸਾਹਿਬ ਨਾਲ ਇੱਕ ਅੰਗੀ ਪ੍ਰੀਤੀ ਨਹੀਂ ਆਪਣੀ। ਦੀਵੇ ਨੂੰ ਕੋਈ ਪਰਵਾਹ ਨਹੀਂ, ਭਾਵੇਂ ਸੈਂਕੜੇ ਹਜ਼ਾਰਾਂ ਭਮੱਕੜ ਆ ਕੇ ਉੱਤੇ ਸੜੀ ਜਾਣ, ਉਹਨੂੰ ਕੋਈ ਤਰਸ ਨਹੀਂ ਕਰਦਾ ਹੈ। ਕੇਵਲ ਉਹਨਾਂ ਦੀ ਪ੍ਰੀਤੀ ਹੈ, ਦੀਵੇ ਦੀ ਕੋਈ ਪ੍ਰੀਤੀ ਨਹੀਂ। ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤੀ ਹੈ, ਲੇਕਿਨ ਚੰਦ ਦੀ ਚਕੋਰ ਨਾਲ ਨਹੀਂ ਹੈ। ਕਵਲ ਦੀ ਸਤ ਸੰਗਤ ਜੀ ਜਲ ਦੇ ਨਾਲ ਪ੍ਰੀਤੀ ਹੈ, ਲੇਕਿਨ ਜਲ ਦੀ ਕਵਲ ਨਾਲ ਨਹੀਂ ਹੈ। ਇਸੇ ਤਰ੍ਹਾਂ ਇੱਕ ਅੰਗੀਆਂ ਪ੍ਰੀਤੀਆਂ ਹਨ, ਲੇਕਿਨ ਗੁਰੂ ਸਾਹਿਬ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਦੇਤ ਹੈ। ਇੱਕ ਵਾਰ ਸਤਿਗੁਰ ਸ਼ਬਦ ਸਿਮਰਨ ਮਤ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਵ ਰੱਖ ਹੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਮੇਰੀ ਨੇਤ 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 ਹੈ। ਭਾਈ ਗੁਰਦਾਸ ਜੀ ਉਸਤਤੀ ਕਰਦੇ ਕਹਿੰਦੇ ਹਨ, ਜੇ ਇੱਕ ਕਦਮ ਵੀ ਗੁਰੂ ਘਰ ਵੱਲ ਨੂੰ ਚੱਲੀਏ, ਗੁਰੂ ਸਾਹਿਬ ਅੰਤਰਜਾਮੀ ਨੇ, ਅਗਿਆਨੀ ਨਹੀਂ, ਸਾਰਿਆਂ ਦੇ ਭਾਵਨਾ ਪ੍ਰੇਮ ਨੂੰ ਦੇਖਦੇ ਹਨ। ਸਤਿਗੁਰੂ ਜੀ ਸੈਂਕੜੇ ਕਰਮ ਗਾਹਾਂ ਹੋ ਕੇ ਸਤ ਸੰਗਤ ਜੀ ਆਪਾਂ ਨੂੰ ਪਿਆਰ ਦਿੰਦੇ ਹਨ। ਕੌਡੀ ਅਗਰ ਭਾਵ ਰੱਖ ਦਈਏ ਤਾਂ ਮਹਾਰਾਜ ਸਾਰੇ ਖਜ਼ਾਨੇ ਬਖਸ਼ ਦਿੰਦੇ ਹਨ। ਇੱਕ ਵਾਰੀ ਵਾਹਿਗੁਰੂ ਕਹਿ ਦਈਏ, ਸਤਿਗੁਰੂ ਜੀ ਅਨੇਕਾਂ ਵਾਰੀਆਂ ਆਪਾਂ ਨੂੰ ਯਾਦ ਕਰਦੇ ਹਨ। ਇਹ ਧਾਰਮਿਕ ਸ਼ਾਸਤਰਾਂ ਦੀ ਗਵਾਹੀ ਹੈ, ਕੋਈ ਝੂਠੀ ਬਾਤ ਨਹੀਂ ਹੈ, ਇਹ ਕੰਗੀ ਪ੍ਰੀਤੀ ਨਹੀਂ। तो आप जी कह रहे ने कि ਜਿਹੜਾ ਭਮੱਕੜ ਪਤੰਗਾ ਹੈ ਉਹ ਪ੍ਰਕਾਸ਼ ਤੇ ਦੇਖ ਕੇ ਮੋਹ ਹੋ ਜਾਂਦਾ ਹੈ, ਉਹਦੇ ਤੇ ਸੜਦਾ ਹੈ। ਪਸ ਨਾ ਦੇਖਾ ਆਗ, ਉਹ ਪਸ਼ੂ ਬਿਰਤੀ ਆ ਵਿਚਾਰੇ ਦੀ, ਉਹ ਅੱਗੇ ਅੱਗ ਨਹੀਂ ਦੇਖਦਾ ਕਿ ਮੈਨੂੰ ਸਾੜ ਦੇਵੇਗੀ, ਕੋਈ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ ਅਸੀਂ ਪਤੰਗਿਆਂ ਨਾਲੋਂ ਘੱਟ ਨਹੀਂ ਹਾਂ। ਪਰਾਈਆਂ ਇਸਤਰੀਆਂ ਦੇ ਯੁਵਾ ਅਵਸਥਾ ਵਿੱਚ ਸੱਚ ਜਿਹੜੇ ਦਗਦਾ ਕਰਦੇ ਚਿਹਰੇ ਨੇ, ਉਹਨਾਂ ਵੱਲ ਜੇ ਮਲੀਨ ਦ੍ਰਿਸ਼ਟੀ ਨਾਲ ਦੇਖਣਾ ਹੈ ਨਾ, ਇਹ ਪਤੰਗਿਆਂ ਵਾਲੀ ਆਦਤ ਹੈ, ਇਹ ਨਹੀਂ ਕਦੇ ਵੀ ਆਪਾਂ ਰੱਖਣੀ। ਪਰਸ ਪਰ ਇਹ ਨਹੀਂ, ਯੁਵਾ ਅਵਸਥਾ ਨਹੀਂ ਹੈ। ਭਾਈਆਂ ਨੇ ਗੰਦੀ ਦ੍ਰਿਸ਼ਟੀ ਨਾਲ ਦੂਜੇ ਪਾਸੇ ਦੇਖੀ ਜਾਣਾ, ਲੜਕੀਆਂ ਲੜਕਿਆਂ ਨੇ ਆਪਸ ਵਿੱਚ ਦੇਖੀ ਜਾਣਾ। ਜਦੋਂ ਐਸੀ ਮੰਦ ਦ੍ਰਿਸ਼ਟੀ ਹੋਵੇ ਉਦੋਂ ਗੁਰੂ ਘਰ ਨਾ ਆਵੇ। ਇੱਥੇ ਅੱਖਾਂ ਹੁੰਦੀਆਂ ਅੰਨਾ ਹੋ ਕੇ ਬੈਠੇ, ਕੰਨਾਂ ਹੁੰਦਿਆਂ ਬੋਲਾ ਹੋ ਕੇ ਬੈਠੇ। ਬੋਲਾ ਕਿੱਧਰੋਂ ਹੋਣਾ? ਕੀਰਤਨ ਵੱਲੋਂ ਬੋਲਾ ਨਹੀਂ ਹੋਣਾ, ਨਿੰਦਿਆ ਚੁਗਲੀ ਵੱਲੋਂ ਬੋਲਾ ਹੋਣਾ। ਸਾਡੀਆਂ ਬੀਬੀਆਂ ਮਾਈਆਂ ਨੇ ਥੱਲੇ ਚੁਗਲੀਆਂ ਬੜੀਆਂ ਕਰਦੀਆਂ ਆਪਸ ਵਿੱਚ ਹੀ, ਪੁਰਾਣੇ ਪੁਰਾਣੀ ਧਮਕੜੀ ਆ, ਸਾਡਾ ਟੱਬਰ ਹੈ, ਸਾਡਾ ਇਉਂ ਨਹੀਂ ਵੀ ਕੀਰਤਨ ਸੁਣੀਏ। ਉਧਰੋਂ ਬੋਲੀਆਂ ਨਹੀਂ ਹੁੰਦੀਆਂ, ਇਧਰੋਂ ਬੋਲੀਆਂ ਕੀਰਤਨ ਵੱਲੋਂ। ਸੁਰੋ ਵਿਚਾਰ ਜਿਵੇਂ ਸੱਚ ਦੀ ਪਤੰਗੇ ਦਾ ਸੁਭਾਅ ਹੈ, ਬਸ ਨਾ ਦੇਖੇ ਆਗ, ਨਹੀਂ ਉਹ ਅੱਗ ਦੇਖਦਾ ਸੜ ਜਾਂਦਾ, ਜੀਵਨ ਤਬਾਹ ਕਰ ਲੈਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਨੇ, ਪ੍ਰੇਮੀਓ ਇਹ ਜਿਤਨੇ ਜੀਵ ਨੇ ਇਹਨਾਂ ਦੀ ਗਤੀ ਦੱਸਦੇ ਆ। ਰੱਬ ਨੂੰ ਤਾਂ ਸੁਪਨੇ ਵਾਂਗੂ ਹੀ ਸਮਝਦੇ ਆ, ਆਪਣਾ ਜੀਵਨ ਸੱਚਾ ਮੰਨ ਬੈਠੇ ਹੈ। ਨਾਲ ਹੀ ਲੋਕਾਂ ਦੇ ਚਿਹਰੇ ਮੰਦ ਦ੍ਰਿਸ਼ਟੀ ਨਾਲ ਦੇਖਦੇ ਨੇ, ਪਤੰਗੇ ਵਾਂਗੂ ਸੜ ਜਾਣਗੇ ਅੱਗ ਵਿੱਚ, ਵਿਸ਼ਿਆਂ ਦੀ ਵਿੱਚ। ਕਾਲ ਫਾਸ ਨਾ ਮੁਕਤ ਚੇਤਾ, ਇਹ ਮੂਰਖ ਜਿਵੇਂ ਉਹ ਕਾਲ ਦੀ ਫਾਹੀ ਨਹੀਂ ਦੇਖਦਾ, ਮੈਂ ਪਤੰਗਾ ਕਿ ਮੈਂ ਜਾ ਕੇ ਸੜ ਜੂ ਮਰ ਜੂ, ਮੇਰੇ ਫੰਗ ਸੜ ਜਾਣਗੇ, ਉਹਨੂੰ ਕੋਈ ਪਰਵਾਹ ਨਹੀਂ। ਇਹ ਵੀ ਮੂਰਖ ਨੇ, ਇਹ ਨਹੀਂ ਚਿੱਤਦੇ ਹਨ ਬਈ ਮੈਂ ਮਾਰਿਆ ਜਾਊਂਗਾ, ਮੈਂ ਵਿਸ਼ਿਆਂ ਦੀ ਅਗਨੀ ਸੜ ਜਾਵਾਂਗਾ, ਇਹ ਪਰਵਾਹ ਨਹੀਂ ਕਰਦੇ। ਇਹ ਜੀਵਾਂ ਦੀ ਹਾਲਤ ਹੈ। ਇਹ ਇਹੀ ਜੀ ਅਗਨੀ ਤੋਂ ਬਚਣ ਵਾਸਤੇ, ਵਿਕਾਰਾਂ ਦੀ ਤੋਂ ਆਪਾਂ ਗੁਰੂ ਕੀ ਸ਼ਰਨ ਆਏ ਹਾਂ। ਕਨਕ ਕਾਮਨ ਲਾਗ, ਕਨਕ ਸੋਨੇ ਵਿੱਚ ਲੱਗਿਆ ਹੋਇਆ ਹੈ। ਕਾਮਨੀ ਇਸਤਰੀਆਂ ਦੇ ਸਤ ਸੰਗਤ ਜੀ ਵਿੱਚ ਰੁਚੀ ਰੱਖਦਾ ਹੈ, ਇੱਧਰ ਇਸ ਦੀ ਰੁਚੀ ਹੈ। ਕਰ ਵਿਚਾਰ ਵਿਕਾਰ ਪਰ ਹਰ, ਕਬੀਰ ਸਾਹਿਬ ਜੀ ਕਹਿੰਦੇ ਭਾਈ ਕੀ ਕਰੇ, ਕਰ ਵਿਚਾਰ ਵਿਕਾਰ ਪਰ ਹਰ। ਆਤਮ ਵਿਚਾਰ ਕਰਕੇ, ਧਰਮ ਸ਼ਾਸਤਰਾਂ ਨੂੰ ਵਿਚਾਰ ਕੇ, ਵਿਕਾਰ ਪਰ ਹਰ। ਜਿਹੜੇ ਪੰਜੇ ਵਿਕਾਰ ਨੇ ਨਾ, ਵਿਕਾਰ ਖੋਟੀ ਕਿਰਤ ਨੂੰ ਕਹਿੰਦੇ ਹਨ, ਇਹਨੂੰ ਤਿਆਗ ਦੇਵੇ। ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾਂ ਧੀਆਂ ਜਾਣੇ ਜੇ ਗੁਰਸਿੱਖੀ ਨਿਭਾਉਣੀ ਹੈ। ਇਹ ਵਿਸ਼ੇ ਵਿਕਾਰਾਂ ਨੂੰ ਭਾਈ ਤਿਆਗ ਦਿਓ। ਤਿਰਨ ਤਾਰਨ ਸੋਏ, ਕਿਹਦੇ ਵੱਲ ਧਿਆਨ ਧਾਰੋ? ਸੋਏ ਉਹ ਵਾਹਿਗੁਰੂ ਦਾ ਜਿਹੜਾ ਨਾਮ ਹੈ, ਉਹ ਤਾਰਨ ਵਾਸਤੇ ਸੰਸਾਰ ਤੋਂ ਤਰਨ ਜਹਾਜ਼ ਦੀ ਨਿਆਈ ਹੈ।
ਉਸ ਨੂੰ ਗ੍ਰਹਿਣ ਕਰੋ, ਨਾਮ ਜਪੋ। ਕਹਿ ਕਬੀਰ ਜਗ ਜੀਵਨ ਐਸਾ। ਕਬੀਰ ਸਾਹਿਬ ਜੀ ਇਹ ਸ਼ਬਦ ਦੀ ਸਮਾਪਤੀ ਦੇ ਕਹਿੰਦੇ ਜਗ ਜੀਵਨ ਐਸਾ, ਜਿਹਨੂੰ ਕਹਿੰਦੇ ਸੀ ਜਗ ਜੀਵਨ ਐਸਾ ਸੁਪਨੇ ਜੈਸਾ, ਸੁਪਨੇ ਵਰਗਾ ਨਾ ਸਮਝਿਓ ਰੱਬ ਨੂੰ। ਜਗ ਜੀਵਨ ਐਸਾ, ਜਗ ਦਾ ਜੀਵਨ ਰੂਪ ਵਾਹਿਗੁਰੂ ਐਸਾ ਹੈ, ਦੁਤੀ ਨਾਹੀ ਕੋਈ। ਉਹਦੇ ਮੁਕਾਬਲੇ ਦੂਜਾ ਹੋਰ ਕੋਈ ਨਹੀਂ। ਸਤ ਸੰਗ ਜੀ ਅਦਵੈਤ ਸਰੂਪ ਹੈ ਉਹ, ਉਹਦੇ ਅੰਦਰ ਦੁਆਇਸ਼ ਨਹੀਂ। ਸਭ ਨੇ ਘਟੀ ਸੋ ਬਸੇ ਸੋ ਬਿਨ ਘਟ ਨਾ ਹੋਏ। ਸਾਰਿਆਂ ਦੇ ਹਿਰਦਿਆਂ ਸਤ ਸੰਗਿਓ ਵਸਦਾ ਹੈ, ਸੱਤਾ ਸਫੁਰਤੀ ਦਿੰਦਾ ਹੈ, ਪਰ ਉਹਦੇ ਤੁਲ ਹੋਰ ਕੋਈ ਨਹੀਂ। ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ। ਕਈ ਪ੍ਰੇਮੀ ਆ ਕੇ ਬੈਠੇ, ਕਹਿੰਦੇ ਕਬੀਰ ਸਾਹਿਬ ਜੀ ਤੁਸੀਂ ਵੀ ਹੋਰ ਰੂਪ ਧਾਰੋਗੇ, ਜਨਮ ਗਾਹਾਂ ਲਵੋਗੇ। ਕਬੀਰ ਸਾਹਿਬ ਜੀ ਕਹਿੰਦੇ ਭਾਈ ਇੱਛਾ ਤਾਂ ਨਹੀਂ ਹੈ। ਕਹਿੰਦੇ ਕਿਸ ਤਰ੍ਹਾਂ ਜੀ? ਕਹਿੰਦੇ ਅਬ ਮੈਂ ਰੂਪ ਕੀਏ ਬਹੁ ਤੇਰੇ, ਹੁਣ ਤੱਕ ਮੈਂ ਬੜੇ ਸਰੀਰ ਧਾਰੇ ਨੇ। ਜਿੰਨਾ ਚਿਰ ਮੈਨੂੰ ਅਗਿਆਨ ਸੀ ਨਾ, ਉਹਨਾਂ ਚਿਰ ਮੈਂ ਬੜੇ ਸਰੀਰ ਧਾਰਦਾ ਆਇਆ। ਇਸੇ ਕਰਕੇ ਸਾਧ ਸੰਗਤ ਜੀ ਗੁਰਬਾਣੀ ਦਾ ਸਿਧਾਂਤ ਹੈ, ਕੋਈ ਹੋਰ ਕਿਸੇ ਦਾ ਨਹੀਂ, ਗੁਰੂ ਕਾ ਹੈ। ਕਿਸੇ ਗਿਆਨੀ ਧਿਆਨੀ ਦੀ ਸਿਆਣਪ ਨਹੀਂ। ਜਿੱਦਣ ਗਿਆਨ ਹੋ ਜਾਵੇ ਨਾ, ਉਸ ਤੋਂ ਬਾਅਦ ਆਪਣਾ ਜਨਮ ਨਹੀਂ ਹੈ। ਉਹ ਅਖੀਰਲਾ ਹੀ ਸਰੀਰ ਹੁੰਦਾ ਹੈ। ਭੁੱਜੇ ਹੈ ਦਾਣੇ ਵਾਂਗੂ ਭੁੱਜਿਆ ਦਾਣਾ ਦੀਂਦਾ, ਪਰ ਹਰਾ ਉਹਨੇ ਹੋਣਾ ਨਹੀਂ। ਇਸੇ ਤਰ੍ਹਾਂ ਉਹ ਸਰੀਰ ਹੀ ਸਤ ਸੰਗਤ ਜੀ ਪ੍ਰਾਰੰਭ ਕਰਕੇ ਸਮਾਪਤ ਹੋ ਜਾਂਦਾ ਹੈ। ਇਹ ਜਿਹੜਾ ਜਿਉਂ ਜਲਮੈ ਜਲ ਆਇ ਕਟਾਨਾ ਤੁਮ ਜੋਤੀ ਸੰਗ ਜੋਤ ਸਮਾਨਾ, ਗੁਰਸਿੱਖ ਬ੍ਰਹਮ ਦੇ ਵਿੱਚ ਲੀਨਤਾ ਪਾ ਜਾਂਦਾ ਹੈ। ਇਹ ਗਿਆਨ ਦੀ ਪ੍ਰਾਪਤੀ ਦਾ ਫਲ ਹੈ। ਸੋ ਐਸਾ ਬ੍ਰਹਮ ਗਿਆਨ ਸਤ ਸੰਗਤ ਜੀ ਕਬੀਰ ਸਾਹਿਬ ਨੂੰ ਤਾਂ ਹੋ ਚੁੱਕਿਆ ਹੈ। ਉਹ ਹੁਣ ਸਰੀਰ ਕਾਹਨੂੰ ਧਾਰਨਗੇ? ਕਹਿੰਦੇ ਜੀ ਤੁਸੀਂ ਨਹੀਂ, ਫੇਰ ਹੁਣ ਲਾਹਾ ਤੁਹਾਡੇ ਕੋਲ ਲੈਨੇ ਆ, ਫੇਰ ਤੁਸੀਂ ਕਦੋਂ ਲੱਭੋਗੇ? ਕਹਿੰਦੇ ਭਾਈ ਆਪਨ ਰੂਪ ਕੀਏ ਬਹੁ ਤੇਰੇ, ਹੁਣ ਤੱਕ ਜਿੰਨਾ ਚਿਰ ਅਗਿਆਨ ਸੀ ਬੜੇ ਰੂਪ ਧਾਰੇ ਆ, ਬੜੀਆਂ ਦੇਹਾਂ ਧਾਰੀਆਂ। ऐसे कर हम बहुत बसाए जब हम राम गर्भ हो आए। हे राम ਜਦੋਂ ਅਸੀਂ ਮਾਤਾ ਦੇ ਗਰਭ ਵਿੱਚ ਹੀ ਹੁੰਦੇ ਆਏ ਨਾ, ਇਹ ਜੇ ਘਰ ਬੜੇ ਬਸਾਏ ਨੇ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਗਰਭ ਦਹਿਰ ਅਗਨ ਬਸੇਰਾ। ਇਹ ਦੁੱਖ ਮੇਰਾ ਕੱਟ ਦਿਓ। ਇੱਕ ਮੈਂ ਗਰਭ ਵਿੱਚ ਬਾਸਾ ਨਾ ਹੋਵੇ, ਇੱਕ ਜਠਰਾ ਅਗਨੀ ਵਿੱਚ ਮੈਂ ਤਪਦਾ ਨਾ ਰਹਾ ਵਿਸ਼ਿਆਂ ਦੀ ਅਗਨੀ 'ਚ। ਇਹ ਦੁੱਖ ਮੇਰਾ ਮਾਰਾ ਕੱਟ ਦਿਓ। ਸੋ ਕਬੀਰ ਸਾਹਿਬ ਜੀ ਕਹਿੰਦੇ ਆਪਨ ਰੂਪ ਨਾ ਹੋਈ, ਹੁਣ ਨਹੀਂ ਸਾਡੇ ਕੋਲ ਸਰੀਰ ਧਾਰਿਆ ਜਾਣਾ। ਹੁਣ ਭਾਈ ਸਰੀਰ ਨਹੀਂ ਗਾਹਾਂ ਨੂੰ ਧਾਰਨਾ। ਧਾਗਾ ਤੰਤ ਸਾਜ ਥਾ ਸਭ ਥਾਕਾ। ਕਹਿੰਦੇ ਜੀ ਕਿਉਂ ਨਹੀਂ ਧਾਰਨਾ ਸਰੂਪ ਅਸੀਂ? ਤੁਸੀਂ ਤਾਂ ਆਪਣੀ ਕਿਰਤ ਦੇ ਅਨੁਸਾਰ ਉੱਤਰ ਦੇ ਰਹੇ ਨੇ। ਧਾਗਾ ਤੰਤ ਸਾਜ ਸਭ ਥਾਕਾ। ਜੇ ਖੱਡੀ ਨਾ ਰਹੇ ਤਾਂ ਕੱਪੜਾ ਕੀ ਬਣਨਾ? ਮੋਹ ਰੂਪੀ ਧਾਗਾ ਟੁੱਟ ਚੁੱਕਿਆ ਹੈ, ਸਾਨੂੰ ਮੋਹ ਨਹੀਂ ਰਿਹਾ। ਨਹੀਂ ਮੋਹ ਨਹੀਂ ਟੁੱਟਦਾ ਸਤ ਸੰਗਤ ਜੀ, ਚਾਹੇ ਕਿੰਨੀ ਉਮਰ ਲੰਘ ਜੇ, ਬਚਪਨ ਤੋਂ ਹੀ ਚੱਲਿਆ ਆ ਰਿਹਾ ਹੈ ਇਹ ਅਖੀਰ ਤੱਕ। ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ। ਜਿਹੜਾ ਮੰਨਣ ਕਰਦਾ ਹੈ ਉਹ ਮੋਹ ਦੀ ਸੱਟ ਨਹੀਂ ਖਾਂਦਾ, ਉਹਦੇ ਅੰਦਰ ਮੋਹ ਨਹੀਂ ਰਹਿੰਦਾ, ਉਹ ਜਮ ਦੇ ਨਾਲ ਨਹੀਂ ਉੱਠ ਕੇ ਜਾਂਦਾ। ਸੋ ਆਪ ਜੀ ਕਹਿੰਦੇ ਹਨ ਮੋਹ ਰੂਪੀ ਤਾਗਾ ਪ੍ਰੇਮੀਆਂ ਟੁੱਟ ਗਿਆ ਸਾਡਾ। ਤੰਤ ਤਾਰਾਂ ਵੀ ਜਿਹੜੀਆਂ ਸੀਗੀਆਂ ਵਾਸ਼ਨਾ ਉਹ ਵੀ ਟੁੱਟ ਚੁੱਕੀਆਂ ਨੇ। ਹੋਰ ਕੋਈ ਪ੍ਰਾਪਤੀ ਕਿਸੇ ਪਦਾਰਥ ਦੀ ਵਾਸ਼ਨਾ ਨਹੀਂ ਰਹੀ। ਸਾਜ ਸਭ ਥਾਕਾ, ਸੁਕਾਮ ਕਰਮਾਂ ਦਾ ਸਾਜ। ਸਹਿਤ ਕਾਮਨਾ ਦੇ ਆਹ ਕੰਮ ਕਰ ਲਈਏ, ਆਹ ਲਾਭ ਹੋ ਜੂ, ਆਹ ਕੰਮ ਕਰ ਲਈਏ, ਆਹ ਕਰ ਲਈਏ। ਇਹ ਜਿਹੜੇ ਫੁਰਨੇ ਸੀ ਨਾ, ਇਹ ਸਾਜ ਵੀ ਥੱਕ ਗਿਆ, ਮੁੱਕ ਗਿਆ। ਇਹਨਾਂ ਕਰਕੇ ਹੀ ਜਨਮ ਹੁੰਦਾ ਹੈ। ਇਹ ਸਭ ਮੋਹ ਵੀ ਚੱਕਿਆ ਗਿਆ, ਵਾਸ਼ਨਾ ਵੀ ਚੱਕੀਆਂ ਗਈਆਂ, ਤੇ ਇਹ ਜਿਹੜਾ ਦੇਹ ਅਧਿਆਸ ਰੂਪੀ ਸਾਜ ਸੀ ਸੁਕਾਮ ਕਰਮਾਂ ਦਾ, ਇਹ ਵੀ ਚੱਕਿਆ ਗਿਆ। ਰਾਮ ਨਾਮ ਬਸ ਹੋਈ। ਹੁਣ ਸਾਡੀ ਜਿਹੜੀ ਜਿੰਦ ਹੈ, ਸਾਡੀ ਬਿਰਤੀ ਨਾ ਰਾਮ ਨਾਮ ਦੇ ਬਸ 'ਚ ਹੋ ਗਈ, ਬਾਹਰ ਨਹੀਂ ਜਾਂਦੀ। ਹਰ ਵੇਲੇ ਜੋ ਰਮਿਆ ਹੋਇਆ ਪਰਮੇਸ਼ਰ ਹੈ ਉਹਦੇ 'ਚ ਬਸਣਾ ਹੋ ਗਿਆ। ਇਹਦਾ ਜਿਸ ਦਾ ਨਾਮ ਰਾਮ ਹੈ ਉਹ ਪਰਮੇਸ਼ਰ ਦੇ ਨਾਮ ਵਿੱਚ ਬਸ ਗਈ ਸਾਡੀ ਬਿਰਤੀ। ਅਬ ਮੋਹਿ ਨਾਚਣੋ ਨਾ ਆਵੈ। ਅਬ ਮੋਹਿ ਨਾਚਣੋ ਨਾ ਆਵੈ। ਹੁਣ ਮੈਨੂੰ ਨੱਚਣਾ ਨਹੀਂ ਆਉਂਦਾ। ਨੱਚਣਾ ਕੀ ਹੈ? ਸਾਰੀਆਂ ਜੂਨਾਂ 'ਚ ਨੱਚਦੇ ਹੀ ਫਿਰਦੇ ਆ ਸਾਧ ਸੰਗਤ ਜੀ। ਇਸ ਜੂਨ 'ਚ ਨੱਚ ਲਾਂਗੇ, ਫਿਰ ਦੂਸਰੀ ਜੂਨ ਮਿਲ ਜੂ, ਫਿਰ ਨੱਚਣ ਲੱਗ ਜਾਾਂਗੇ। ਉੱਥੇ ਕਿਹੜਾ ਟਿਕਾ ਹੈ?
ਨੱਠ ਭੱਜ ਹੀ ਹੈ। ਜਿਉਂ ਸਤਸੰਗੀ ਬਾਲਕ ਅਵਸਥਾ ਤੋਂ ਸ਼ੁਰੂ ਕਰੀਦਾ, ਬਿਰਧ ਅਵਸਥਾ ਹਾਰ ਕੇ ਥੱਕ ਕੇ ਡਿੱਗ ਪੈਂਦਾ, ਥਾਂ ਥਾਂ ਸਤਸੰਗੀ ਨੱਠ ਭੱਜ ਹੀ ਹੈ। ਅਬ ਨਾਚਨੋਂ ਨਾ ਆਵੇ, ਬ੍ਰਹਮ ਗਿਆਨ ਹੋ ਚੁੱਕਿਆ ਹੈ। ਹੁਣ ਮਨ ਮਨੀ ਨੱਚਦਾ ਤੇ ਤਨ ਮਨੀ ਨੱਚਦਾ, ਸਰੀਰ ਵੀ ਹੋਰ ਨਹੀਂ ਧਾਰਾਂਗਾ। ਹੁਣ ਮੈਨੂੰ ਨੱਚਣਾ ਨਹੀਂ ਆਉਂਦਾ। ਮੇਰਾ ਮਨ ਮੰਦਰੀਆ ਨਾ ਵਜਾਵੇ। ਕਾਤੇ ਨਹੀਂ ਕਬੀਰ ਸਾਹਿਬ ਤੁਹਾਨੂੰ ਨੱਚਣਾ ਆਉਂਦਾ? ਕਹਿੰਦੇ ਮੇਰਾ ਮਨ ਮੰਦਰੀਆ ਨਾ ਵਜਾਵੇ। ਨੱਚਦੇ ਬੰਦੇ ਉਹ ਨੇ ਜਦੋਂ ਪਹਿਲਾਂ ਸਾਜ਼ ਦੇ ਉੱਤੇ ਨੱਚਦੇ ਬਹੁਤਾ, ਸਾਜ਼ ਤੋਂ ਬਿਨਾ ਨੱਚਣਾ ਉਹਨਾਂ ਨੂੰ ਮੁਸ਼ਕਲ ਜਿਹਾ ਹੋ ਜਾਂਦਾ। ਉਹ ਸਾਜ਼ ਵਾਲੇ ਸਾਜ਼ ਵਜਾਈ ਜਾਂਦੇ ਨੇ, ਨੱਚਣ ਵਾਲੇ ਫਿਰ ਉਹਦੀ ਲੈ ਦੇ ਵਿੱਚ ਨੱਚਦੇ ਹਨ। ਇਸੇ ਤਰ੍ਹਾਂ ਮਨ ਇਹ ਸਾਜ਼ ਵਜਾਉਂਦਾ ਹੈ, ਇਹ ਨੱਚਦਾ ਫਿਰਦਾ। ਕਿਉਂ? ਮਨ ਦੀ ਪ੍ਰੇਰਨਾ ਨਾਲ ਹੀ ਸਰੀਰ ਨੇ ਨੱਠਣਾ। ਮਨ ਦੀ ਪ੍ਰੇਰਨਾ ਤੋਂ ਬਿਨਾਂ ਤਾਂ ਹਿੱਲ ਨਹੀਂ ਸਕਦਾ। ਇਸ ਤਰ੍ਹਾਂ ਨੱਚਣ ਵਾਲਾ ਵੀ ਜਦੋਂ ਢੋਲਕੀ ਖੜਕਦੀ ਆ ਨਾ, ਆ ਨਿਆਣੇ ਮਾੜੀ ਜੀ ਆਵਾਜ਼ ਸੁਣਨ ਜਿੱਜੇ ਹੁੰਦੇ ਜਦੋਂ ਹੀ ਨੱਚਣ ਲੱਗ ਜਾਂਦੇ ਆ। ਇਸੇ ਤਰ੍ਹਾਂ ਸਤ ਸੰਗਤ ਜੀ, ਮੇਰਾ ਮਨ ਮੰਦਰੀਆ ਨਾ ਵਜਾਵਾ। ਮੇਰਾ ਮਨ ਦੁਐਤ ਦੀ ਢੋਲਕੀ ਨਹੀਂ ਵਜਾਉਂਦਾ। ਦੁਐਸ਼ ਨਹੀਂ। ਆਦਮੀ ਦਾ ਮਨ ਜਦੋਂ ਸਤਸੰਗੀ ਦੁਐਸ਼ ਵਿੱਚ ਹੁੰਦਾ ਹੈ, ਉਦੋਂ ਹੀ ਫੁਰਨੇ ਫੁਰਦੇ ਹੈ। ਆਹ ਚੀਜ਼ ਫਲਾਣੇ ਤੋਂ ਖੋਲਾਂ, ਆਹ ਫਲਾਣੇ ਨੂੰ ਦੇ ਦਿਆਂ, ਆਹ ਲੈ ਲਵਾਂ। ਪਿਆਰਿਆਂ ਦੇ ਨਾਲ ਦੇਣ ਨੂੰ ਜੀ ਕਰਦਾ, ਦੂਜਿਆਂ ਕੋਲੋਂ ਖੋਹਣ ਨੂੰ ਜੀ ਕਰਦਾ। ਇਹ ਦੋਨੋਂ ਤਬਲੇ ਵਜਾਉਂਦਾ ਰਹਿੰਦਾ ਮਨ ਹਰ ਵੇਲੇ। ਸੋ ਮੇਰਾ ਮਨ ਮੰਦਰੀਆ ਨਾ ਵਜਾਵੇ। हे ਪ੍ਰੇਮੀਓ, ਸਾਡਾ ਮਨ ਹੁਣ ਢੋਲਕੀ ਵਜਾਉਣੋਂ ਹਟ ਗਿਆ। ਦੁਐਤ ਦੀ ਢੋਲਕੀ ਨਹੀਂ ਵਜਾਉਂਦਾ, ਅਗਿਆਨ ਦਾ ਢੋਲ ਨਹੀਂ ਵਜਾਉਂਦਾ ਹੈ। ਇਸ ਕਰਕੇ ਮੈਨੂੰ ਹੁਣ ਨੱਚਣਾ ਨਹੀਂ ਆਉਂਦਾ। ਮੈਂ ਨਹੀਂ ਨੱਚਦਾ ਹੁਣ। ਬਈ ਕਦੇ ਉਸ ਜੂਨ ਚੱਲਿਆ, ਕਦੇ ਕਿ ਉਸ ਜੂਨ ਵਿੱਚ ਰਹਾਓ ਕਾਮ ਕ੍ਰੋਧ ਮਾਇਆ ਲੈ ਜਾਰੀ। ਰਹਾਓ ਸਾਈ ਦੇ ਕੇ ਕਹਿੰਦੇ ਨੇ, ਨਚਾਉਣ ਵਾਲੇ ਕੌਣ ਨੇ? ਕਾਮ ਹੈ, ਕ੍ਰੋਧ ਹੈ। ਜੇ ਕਿਸੇ ਕ੍ਰੋਧ ਆ ਜੇ, ਤੁਸੀਂ ਉਹਨੂੰ ਦੇਖਿਆ ਕਰੋ ਕਿਵੇਂ ਨੱਚਦਾ। ਜਦੋਂ ਹੀ ਕੋਈ ਡਾਂਗ ਚੱਕੀ ਫਿਰੂ, ਕਦੇ ਕੁਝ ਚੱਕੀ ਫਿਰੂ, ਰੋੜੇ ਹੀ ਚੱਕੀ ਫਿਰੂ, ਹੱਥ ਨਾਲ ਕੁਝ ਆਵੇ, ਬਾਂਦਰ ਵਾਂਗੂ ਨੱਚਣ ਲਾ ਦਿੰਦਾ ਕ੍ਰੋਧ। ਸੋ ਕਾਮ ਕ੍ਰੋਧ ਮਾਇਆ, ਇਹ ਤਿੰਨੇ ਹੀ ਲੈ ਕੇ ਮੈਂ ਮਾਇਆ ਦੇ ਸਹਿਤ, ਕਾਮ ਕ੍ਰੋਧ ਦੇ ਸਹਿਤ ਮਾਇਆ ਮੈਂ ਸਾੜ ਦਿੱਤੀ। ਮਾਇਆ ਦੀ ਇੱਛਾ ਮੇਰੇ ਮਨ ਚ ਰਹੀ ਨਹੀਂ। ਤ੍ਰਿਸ਼ਨਾ ਗਾਗਰ ਫੂਟੀ। ਇਹ ਕਿਵੇਂ ਸਾੜੀਆਂ ਤੁਸੀਂ? ਕਿ ਤ੍ਰਿਸ਼ਨਾ ਗਾਗਰ ਫੂਟੀ, ਜਿਹੜੀ ਗਾਗਰ ਭਰੀ ਸੀ ਨਾ ਤ੍ਰਿਸ਼ਨਾ ਦੀ, ਅੰਦਰ ਉਹ ਭੰਨ ਦਿੱਤੀ। ਤ੍ਰਿਸ਼ਨਾ ਦੀ ਗਾਗਰ ਸੀ, ਉਹ ਚੱਕ ਦਿੱਤੀ। ਜਦੋਂ ਸਤਸੰਗੀ ਅੰਦਰ ਤ੍ਰਿਸ਼ਨਾ ਹੁੰਦੀ ਹੈ, ਫਿਰ ਮਾਇਆ ਦਾ ਮੋਹ ਜਾਗਦਾ ਹੈ। ਫਿਰ ਪ੍ਰਾਪਤੀ ਵਾਸਤੇ ਆਪੇ ਨੱਠਿਆ ਫਿਰਦਾ ਬੰਦਾ। ਸੋ ਅਸੀਂ ਤ੍ਰਿਸ਼ਨਾ ਦੀ ਗਾਗਰ ਭੰਨ ਦਿੱਤੀ ਅੰਦਰੋਂ। ਕਾਮ ਚੋਲਨਾ ਭਇਆ ਹੈ ਪੁਰਾਣਾ। ਉਹ ਜਿਹੜਾ ਕਾਮਨਾ ਰੂਪੀ ਚੋਲਾ ਸੀ ਨਾ ਸਾਡਾ, ਪਹਿਲਾਂ ਤਾਂ ਪੁਰਾਣਾ ਹੋ ਗਿਆ, ਨਵਾਂ ਅਸੀਂ ਲੈਣਾ ਹੀ ਨਹੀਂ ਹੈ। ਚੋਲਾ ਪਾ ਕੇ ਹੀ ਲੋਕ ਨੱਚਦੇ ਨੇ, ਘੱਗਰੀਆਂ ਘੁਗਰੀਆਂ ਪਾ ਕੇ। ਗਿਆ ਭਰਮ ਸਭ ਛੂਟੀ। ਭਰਮ ਸਾਡਾ ਚੱਕਿਆ ਗਿਆ ਹੈ। ਅੱਗੇ ਭਰਮ ਸੀ ਕਿ ਪਰਮੇਸ਼ਰ ਖਵਨੀ ਹੈ, ਖਵਨੀ ਨਹੀਂ, ਆਹ ਸੰਸਾਰ ਹੀ ਹੈ। ਹੁਣ ਸਾਨੂੰ ਪਰਮੇਸ਼ਰ ਹੀ ਦੀਂਦਾ ਹੈ, ਸਾਨੂੰ ਸੰਸਾਰ ਦ੍ਰਿਸ਼ਟੀ ਚ ਨਹੀਂ ਆ ਰਿਹਾ। ਸਰਬ ਭੂਤ ਇੱਕ ਹੈ ਕਰ ਜਾਣਿਆ। ਅਸੀਂ ਤਾਂ ਭਾਈ ਸਾਰੇ ਭੂਤ ਸਰੀਰਾਂ ਚ ਇੱਕ ਵਾਹਿਗੁਰੂ ਨਹੀਂ ਜਾਣਿਆ ਹੈ। ਚੁਕੇ ਬਾਦ ਵਿਵਾਦਾ। ਵਿਅਰਥ ਜਿਹੜਾ ਝਗੜਾ ਕਰਦੇ ਤੂੰ ਮੈਂ ਦਾ, ਉਹ ਸਾਰਾ ਹੀ ਚੱਕਿਆ ਗਿਆ। ਜਦੋਂ ਸਾਰਿਆਂ ਘਟਾਂ ਚ ਪਰਮੇਸ਼ਰ ਦੇਖ ਰਿਹਾ, ਝਗੜਾ ਫਿਰ ਕਿਹਦੇ ਨਾਲ ਕਰਨਾ? ਸਾਰਿਆਂ ਚ ਇੱਕ ਹੀ ਹੈ। ਕਹਿ ਕਬੀਰ ਮੈਂ ਪੂਰਾ ਪਾਇਆ। ਕਬੀਰ ਸਾਹਿਬ ਜੀ ਕਹਿੰਦੇ, ਪ੍ਰੇਮੀਓ ਅਸੀਂ ਪੂਰਾ ਕੌਣ ਪਾ ਲਿਆ ਹੈ? ਪੂਰਾ ਉਪਦੇਸ਼ ਪ੍ਰਾਪਤ ਕਰ ਲਿਆ। ਹੇ ਰਾਮ ਪ੍ਰਸਾਦਾ। ਸਾਡੇ ਤੇ ਰਾਮ ਪਰਮੇਸ਼ਰ ਪ੍ਰਸਾਦ ਪ੍ਰਸੰਨ ਹੋਏ ਨੇ, ਕਿਰਪਾ ਕੀਤੀ ਹੈ। ਅਸੀਂ ਪਹਿਲਾਂ ਪੂਰਾ ਗੁਰੂ ਰਾਮਾਨੰਦ ਨੂੰ ਪਾਇਆ, ਫਿਰ ਪੂਰੇ ਗੁਰੂ ਨਾਨਕ ਦੇਵ ਜੀ ਜਦੋਂ ਸਤਸੰਗੀ ਕਾਸ਼ੀ ਚ ਗਏ ਨੇ। ਕਬੀਰ ਸਾਹਿਬ ਦੀ 105 ਸਾਲ ਦੀ ਆਯੂ ਸੀ, ਪਰ ਕਾਂਸ਼ੀ ਵਿੱਚ ਨਹੀਂ ਮਿਲੇ। ਇਹ 5 ਕੋਸ਼ੀ ਦੀ ਯਾਤਰਾ ਨੂੰ ਗਏ ਹੋਏ ਸੀ। ਇਧਰ ਸਤਸੰਗੀ ਗਿਆ ਜੀ ਵੱਲ, ਉਧਰੋਂ ਮੁੜੇ ਆ ਰਹੇ ਸੀ। ਇੱਧਰ ਗੁਰੂ ਨਾਨਕ ਦੇਵ ਜੀ ਕਾਂਸ਼ੀ ਤੋਂ ਵਿਦਿਆ ਹੋ ਰਹੇ ਸੀ। ਕਬੀਰ ਸਾਹਿਬ ਉਧਰੋਂ ਬਾਹਰੋਂ ਆ ਰਿਹਾ ਸੀ ਯਾਤਰਾ ਕਰਕੇ। ਰਾਹ ਵਿੱਚ ਮਿਲਾਪ ਹੋਇਆ ਹੈ। ਇਹ ਕਬੀਰ ਪੰਥੀ ਵੀ ਸਤਸੰਗੀ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਾਂਸ਼ੀ ਤੋਂ ਬਾਹਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਹੋਏ ਕਬੀਰ ਨੂੰ, ਔਰ ਸਤਸੰਗੀ ਨਿਰਗੁਣ ਸਰੂਪ ਦੀ ਉਪਾਸਨਾ ਗ੍ਰਹਿਣ ਕਰਕੇ ਬ੍ਰਹਮ ਵਿੱਚ ਲੀਨਤਾ ਪਾਈ। ਪਹਿਲਾਂ ਰਾਮਾਨੰਦ ਵੀ ਗੁਰੂ ਸਤਸੰਗਤ ਜੀ ਪਾ ਧਾਰਨ ਕੀਤਾ ਸੀ, ਜਿਸ ਨੇ ਇਸ ਨੂੰ ਉਪਦੇਸ਼ ਨਹੀਂ ਸੀ ਦਿੱਤਾ। ਕਹਿੰਦਾ ਮੈਂ ਨੀਚ ਨੂੰ ਉਪਦੇਸ਼ ਨਹੀਂ ਸੀ ਦਿੰਦਾ।
ਇਹ ਕਬੀਰ ਜਾ ਕੇ ਸਤਸੰਗ ਜੀ ਗੰਗਾ ਦੇ ਘਾਟ ਤੇ ਪੌੜੀਆਂ 'ਚ ਪੈ ਗਿਆ ਤੜਕੇ। ਜਦੋਂ ਨਹਾ ਕੇ ਨਿਕਲਿਆ ਗੰਗਾ 'ਚੋਂ ਸਤਸੰਗਤ ਜੀ ਰਾਮਾਨੰਦ ਪੈਰ ਦਾ ਠੁੱਡ ਵੱਜਿਆ। ਜਦੋਂ ਠੁੱਡ ਵੱਜਿਆ ਹੁਣ ਭਗਤਾਂ ਦੇ ਮੂੰਹੋਂ ਸਤਸੰਗਤ ਜੀ ਚੰਗਾ ਬੱਚੇ ਨਹੀਂ ਨਿਕਲਣਾ, ਮਾੜਾ ਤਾਂ ਨਹੀਂ, ਕਹਿੰਦੇ ਰਾਮ ਕੇ ਰਾਮ ਕਹੋ, ਰਾਮ ਕੇ ਰਾਮ ਕਹੋ। ਬਸ ਇੰਨਾ ਹੀ ਉਪਦੇਸ਼ ਮਿਲਿਆ ਹੈ। ਬਸ ਜਦ ਹੀ ਐਸਾ ਰਾਮ ਕਿਹਾ ਸਤਸੰਗਤ ਜੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਸਿੱਪੀ ਉਹਨਾਂ ਚਿਰ ਸਮੁੰਦਰ ਤੇ ਤਰਦੀ ਰਹਿੰਦੀ ਜਿੰਨਾ ਚਿਰ ਸਵੰਤੀ ਬੂੰਦ ਨਾ ਮਿਲੇ। ਜਦੋਂ ਸਵੰਤੀ ਬੂੰਦ ਕੇਰਾਂ ਸਿੱਪੀ 'ਚ ਪੈ ਜੇ ਫਿਰ ਉਹ ਤਰਦੀ ਨਹੀਂ, ਕੜਕ ਦੇਣੇ ਪਾਣੀ 'ਚ ਡੁੱਬ ਕੇ ਥੱਲੇ ਮੋਤੀ ਪੈਦਾ ਕਰ ਲੈਂਦੀ ਹੈ, ਫਿਰ ਉਹਦੀ ਕੀਮਤ ਬੇਅੰਤ ਹੈ। ਇਸੇ ਤਰ੍ਹਾਂ ਸਤ ਸੰਗਤ ਜੀ ਜਿੰਨਾ ਚਿਰ ਆਪਣੀ ਜਿਹੜੀ ਬੁੱਧੀ ਹੈ ਸਿੱਪੀ ਦੀ ਨਿਆਈ ਹੈ, ਜੇ ਪੁੱਠੀ ਹੋ ਜਾਵੇ ਸਿੱਪੀ ਫਿਰ ਉੱਤੋਂ ਸਵੰਤੀ ਬੂੰਦ ਕੀ ਪੈਣੀ ਹੈ। ਜੇ ਆਪਣਾ ਮਨ ਗੁਰੂ ਘਰ ਵੱਲੋਂ ਪੁੱਠਾ ਹੋ ਜਾਵੇ ਫਿਰ ਆਹ ਸਿੱਖਿਆ ਕਿੱਥੋਂ ਪ੍ਰਾਪਤ ਹੋਵੇਗੀ। ਜਦੋਂ ਸੰਸਾਰ ਨੂੰ ਜਿਵੇਂ ਪਾਣੀ ਨੂੰ ਪਿੱਠ ਦਿੰਦੀ ਹੈ ਸਿੱਪੀ, ਪਾਣੀ ਥੱਲੇ ਹੁੰਦਾ ਉਹਦੇ ਪਿੱਠ ਪਰਨੇ, ਆਪ ਤਾਹਾਂ ਨੂੰ ਹੁੰਦੀ ਹੈ ਸਤਸੰਗ ਦਾ ਚਿਹਰਾ। ਇਸੇ ਤਰ੍ਹਾਂ ਜਿਹੜੇ ਗੁਰਮੁਖਾ ਸਿੱਖ ਸੰਗਤਾਂ ਦਾ ਭਾਈ ਸੰਸਾਰ ਦੇ ਪਦਾਰਥਾਂ ਨੂੰ ਪਿੱਠ ਦੇ ਕਰਕੇ ਗੁਰੂ ਕੀ ਸੰਗਤ ਜਾ ਕਰਕੇ ਪ੍ਰੇਮੀ ਸੰਗਤ ਦੇ ਸਰੋਵਰ ਵਿੱਚ ਬੈਠਦੇ ਨੇ। ਸਵੰਤੀ ਬੂੰਦ ਭਾਈ ਗੁਰਬਾਣੀ ਹੈ। ਜਦੋਂ ਪੈ ਜਾਵੇਗੀ ਬ੍ਰਹਮ ਗਿਆਨ ਰੂਪੀ ਮੋਤੀ ਪੈਦਾ ਹੋ ਜਾਵੇਗਾ, ਜਿਹੜਾ ਕਬੀਰ ਸਾਹਿਬ ਦੇ ਕੋਲੇ ਪ੍ਰਾਪਤ ਹੈ, ਜਮਨ ਵਰਨ ਮੇਟ ਦਿੰਦਾ ਹੈ। ਆਸਾ ਰੋਜਾ ਧਰਨ ਮਨਾਵਹਿ ਅੱਲੋ। ਪਿਛਲੀ ਪੰਕਤੀ ਪੜੋ ਹੋਗੀ। ਕਹਿ ਕਬੀਰ ਮੈਂ ਪੂਰਾ ਪਾਇਆ ਭੈ ਰਾਮ ਪ੍ਰਸਾਦਾ। ਕਬੀਰ ਸਾਹਿਬ ਜੀ ਕਹਿੰਦੇ ਅਸੀਂ ਆਪਣੇ ਗੁਰੂ ਸਾਹਿਬ ਤੋਂ ਪੂਰਾ ਬ੍ਰਹਮ ਗਿਆਨ ਪਾ ਲਿਆ ਹੈ ਔਰ ਪਰਮੇਸ਼ਰ ਦੀ ਇਹ ਕਿਰਪਾ ਹੋ ਗਈ। ਹੁਣ ਅਸੀਂ ਮੁੜ ਕੇ ਰੂਪ ਕੀ ਧਾਰਨਾ ਹੈ। ਪਰ ਸਾਧ ਸੰਗਤ ਜੀ ਕਥਾ ਆਪਾਂ ਇੱਥੇ ਇਤਿਹਾਸ ਦੀ ਵਿਚਾਰ ਚੁੱਕੇ ਹਾਂ। 10ਵੇਂ ਪਾਤਸ਼ਾਹ ਦੇ ਟਾਈਮ ਕਬੀਰ ਸਾਹਿਬ ਨੇ ਜਨਮ ਧਾਰਿਆ। ਉਹ ਕਿਉਂ? ਕਬੀਰ ਸਾਹਿਬ ਤੋਂ ਦਿਲ ਬਾਣੀ 'ਚ ਕਹਿ ਰਹੇ ਅਸੀਂ ਨਹੀਂ ਸਰੀਰ ਧਾਰਨਾ। ਹੋਰ ਲੋਈ ਨੂੰ ਇੱਕ ਦਿਨ ਪੁੱਛ ਬੈਠੇ, ਲੋਈ ਤੇਰੀ ਕੋਈ ਇੱਛਾ ਤਾਂ ਨਹੀਂ? ਕਹਿੰਦੀ ਹੇ ਪਤੀ ਦੇਵ ਮੇਰੀ ਇੱਛਾ ਹੈ। ਕੀ ਇੱਛਾ ਤੇਰੀ? ਮੇਰੀ ਇੱਛਾ ਸੇਵਾ ਕਰਨ ਦੀ ਬਹੁਤ ਹੈ, ਬਈ ਮੈਂ ਅੱਠੇ ਪੈਰ ਸੇਵਾ ਹੀ ਸੰਗਤਾਂ ਦੀ ਕਰੀ ਜਾਵਾਂ, ਸੇਵਾ ਹੀ ਕਰੀ ਜਾਵਾਂ। ਕਬੀਰ ਸਾਹਿਬ ਜੀ ਨਾਰਾਜ਼ ਹੋ ਗਏ। ਕਹਿੰਦੇ ਚੰਗਾ ਫਿਰ ਦੁਬਾਰਾ ਜਨਮ ਧਾਰ ਫਿਰ ਤੂੰ। ਮੈਂ ਤਾਂ ਨਹੀਂ ਹੋਰ ਧਾਰਨਾ, ਮੈਨੂੰ ਤਾਂ ਬ੍ਰਹਮ ਗਿਆਨ ਹੋ ਗਿਆ। ਮੈਨੂੰ ਪਤਾ ਇਹ ਸਰੀਰ ਵਿੱਚ ਆ ਕੇ ਪਿੰਜਰੇ 'ਚ ਬੜੇ ਹੀ ਦੁੱਖ ਨੇ, ਸੁੱਖ ਨਹੀਂ ਹੈ ਸਰੀਰ ਵਿੱਚ। ਇਹ ਸਰੀਰ ਤੋਂ ਜਿਹੜਾ ਲਾਹਾ ਲੈਣਾ ਸੀ ਲੈ ਲਿਆ। ਬ੍ਰਹਮ ਗਿਆਨ ਦੀ ਪ੍ਰਾਪਤੀ ਵੱਡਾ ਪ੍ਰਯੋਜਨ ਸੀ, ਮੈਂ ਤਾਂ ਪੂਰਾ ਕਰ ਲਿਆ। ਤੂੰ ਦੁਬਾਰਾ ਫਿਰ ਜਨਮ ਧਾਰੀ, ਹੁਣ ਤੇਰੀ ਇੱਛਾ ਪੂਰੀ ਹੋ ਜੂ, ਕਰੀ ਸੇਵਾ ਰੱਜ ਰੱਜ। ਜਦੋਂ ਹੀ ਹੱਥ ਜੋੜ ਦਿੱਤੇ ਕਹਿੰਦੀ ਪਤੀ ਕਿਰਪਾ ਦ੍ਰਿਸ਼ਟੀ ਕਰੋ, ਮੈਂ ਤੁਹਾਡੇ ਬਿਨਾਂ ਕਾਹਦੇ ਜੋਗੀ ਹਾਂ। ਜੇ ਮੈਨੂੰ ਜਨਮ ਧਾਰਨਾ ਪਵੇ ਤਾਂ ਤੁਸੀਂ ਨਾਲ ਜ਼ਰੂਰ ਹੋਇਓ। ਜਿੱਦਣ ਮੇਰਾ ਜਨਮ ਖਤਮ ਹੋ ਜੂ ਉਦਣ ਮਹਾਰਾਜ ਤੁਸੀਂ ਵੀ ਮੇਰੇ ਤੇ ਬ੍ਰਹਮ ਰੂਪੀ ਹੋ, ਤੁਸੀਂ ਮੈਨੂੰ ਲੀਨ ਹੀ ਕਰ ਲਿਓ। ਸਤ ਸੰਗਤ ਜੀ ਕਬੀਰ ਸਾਹਿਬ ਦੇ ਲੋਈ ਦੇ ਬੇਨਤੀ ਕਰਨ ਤੋਂ 10ਵੇਂ ਪਾਤਸ਼ਾਹ ਦੇ ਟਾਈਮ ਇਹ ਦੋਨਾਂ ਨੇ ਸਤ ਸੰਗਤ ਜੀ ਜਨਮ ਧਾਰਿਆ। ਇਤਿਹਾਸ ਵਿੱਚ ਇਹ ਨਹੀਂ ਪਤਾ ਹੈ ਵੀ ਕਿੱਥੇ ਧਾਰਿਆ ਇਹਨਾਂ ਨੇ, ਲੇਕਿਨ ਇਹ ਜ਼ਰੂਰ ਕਥਾ ਆਉਂਦੀ ਹੈ ਕਿ ਇਹ ਦੋਨਾਂ ਨੂੰ ਇਹ ਨਹੀਂ ਸੀ ਪਤਾ। ਕਬੀਰ ਸਾਹਿਬ ਨੂੰ ਮੈਂ ਕਬੀਰ ਹਾਂ, ਲੋਈ ਨੂੰ ਇਹ ਨਹੀਂ ਸੀ ਪਤਾ ਵੀ ਮੈਂ ਲੋਈ ਹਾਂ ਪਿਛਲੇ ਜਨਮ ਦੀ। ਪਰ ਚਾਅ ਸੇਵਾ ਦਾ ਬਹੁਤ ਸੀ, ਸਿਮਰਨ ਦਾ ਬੜਾ ਸੀ। ਪਰਿਵਾਰ ਦੇ ਸੋਹਣੇ ਵਿੱਚ ਸਤਸੰਗ ਜੀ ਜਨਮ ਧਾਰਿਆ। ਧਰਮੀਆਂ ਦੇ ਇਕੱਠੇ ਹੋ ਕੇ ਸਤਸੰਗ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਆਇਆ ਕਰੇ। ਲੋਈ ਨੂੰ ਕਹਿ ਦਿਆ ਕਰਨ ਘਰ ਆਏਗੇ ਦੀ ਸੇਵਾ ਕੌਣ ਕਰੂ, ਤੂੰ ਘਰੇ ਰਿਹਾ ਕਰ। ਆਪ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਆ ਜਾਇਆ ਕਰੇ, ਉਹਨੂੰ ਲਿਆਇਆ ਹੀ ਨਾ ਕਰਨ। ਉਹਨੂੰ ਸੇਵਾ ਦਾ ਚਾਅ ਸੀ। ਘਰ ਵਿੱਚ ਜੋ ਕੋਈ ਆਵੇ ਅੰਬਿਆ ਕਰ ਸਾਧੂ ਕੋਈ ਵੀ ਸਾਰਾ ਦਿਨ ਭਾਂਡੇ ਮਾਂਜਣੇ, ਘਰ ਵਿਹਲੀ ਨਹੀਂ ਸੀ ਰਹਿੰਦੀ ਪਿਛਲੇ ਜਨਮ ਦੀ ਵਾਸ਼ਨਾ ਦੀ ਸੇਵਾ ਕਰਨ ਦੀ। ਕੋਈ ਰਾਣੀ ਜਠਾਣੀ ਦੀ ਪਰਵਾਹ ਨਹੀਂ ਸੀ ਕਰਦੀ ਕਿ ਆਪ ਝੂਠਾ ਭਾਂਡਾ ਮੈਂ ਨਹੀਂ ਮਾਂਜਣਾ। ਸਭ ਦੇ ਬਰਤਨ ਸਤਸੰਗ ਜੀ ਸਾਫ਼ ਕਰਦੀ, ਇੰਨਾ ਚਾਅ ਸੀ। ਜਦੋਂ ਵੀ ਆਉਣਾ ਇਹਨੂੰ ਇਹਦੇ ਪਤੀ ਨੇ ਕਬੀਰ ਨੇ ਕਹਿ ਦੇਣਾ ਤੂੰ ਘਰ ਦੀ ਜ਼ਿੰਮੇਵਾਰੀ ਸਾਂਭ, ਹੋਰ ਸਾਰੇ ਜਾਣਗੇ। ਹੁਣ ਆਗਿਆ ਵੀ ਮੰਨਦੀ ਸੀ। ਇਹ ਕੋਈ ਨਹੀਂ, ਇਹਨੂੰ ਪਤਾ ਸੀ ਮੈਂ ਲੋਈ ਆ,
ਨਾ ਕਬੀਰ ਨੂੰ ਪਤਾ ਸੀ ਮੈਂ ਕਬੀਰ ਹਾਂ। ਇੱਕ ਦਿਨ ਸਤਸੰਗ ਜੀ ਇੱਕ ਜੋੜ ਮੇਲਾ ਆਇਆ, ਬੇਨਤੀ ਕੀਤੀ ਕਿ ਮੈਨੂੰ ਜ਼ਰੂਰ ਲੈ ਚੱਲੋ, ਮੈਂ ਵੀ ਦਰਸ਼ਨ ਕਰਨੇ ਹਨ। ਇਹ ਨਾਲ ਆ ਗਈ ਸਾਧ ਸੰਗਤ ਜੀ। ਆਉਂਦੀ ਸਾਰ ਹੀ ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਣ ਜੁਟ ਗਈ, ਸੇਵਾ ਕਰਨ ਲੱਗ ਗਈ ਅਨੰਦਪੁਰ ਸਾਹਿਬ। ਜਦੋਂ ਸਤਸੰਗ ਜੀ ਸੇਵਾ ਕਰਦੀ ਹੈ, ਮਹਾਰਾਜ ਫੁਰਨਾ ਫੁਰਿਆ ਵੀ ਮੈਂ ਦੀਵਾਨ 'ਚ ਦਰਸ਼ਨ ਕਰ ਆਵਾਂ। ਛੇਤੀ ਦੇ ਹੱਥ ਧੋ ਕੇ ਸਤਸੰਗ ਜੀ ਆਟੇ ਆਲੇ ਵੀ ਮੱਥਾ ਟੇਕ ਕੇ ਫੇਰ ਆ ਕੇ ਸੇਵਾ 'ਚ ਲੱਗ ਜਾਊਗੀ। ਜਦੋਂ ਮੱਥਾ ਟੇਕਣ ਗਈ ਸਾਧ ਸੰਗਤ ਜੀ, ਅੱਗੇ ਬੀਬੀਆਂ ਘੁੰਡ ਬਹੁਤ ਕੱਢਦੀਆਂ, ਨਗਰ ਦੇ ਲੋਕ ਸੰਗਤ 'ਚ ਬੈਠੇ, ਘੁੰਡ ਕੱਢਿਆ ਹੋਇਆ, ਲੰਘਣ ਨੂੰ ਥਾਂ ਨਹੀਂ, ਭੀੜ ਬੜੀ ਮੱਥਾ ਟੇਕਣ ਵਾਲਿਆਂ ਦੀ ਕੇਸਗੜ੍ਹ। ਪਿੱਛੇ ਖੜੀ ਐ, ਫੇਰ ਮੁੜ ਗਈ, ਫੇਰ ਜਾ ਕੇ ਰੋਟੀਆਂ ਪਕਾਉਣ ਲੱਗ ਗਈ। ਅੱਧੇ ਘੰਟੇ ਬਾਅਦ ਫੇਰ ਆਈ ਵੀ ਸ਼ਾਇਦ ਭੀੜ ਹਟ ਗਈ ਹੋਊ। ਜਦ ਦੁਬਾਰਾ ਆਈ, ਸਤਿਗੁਰੂ ਤਾਂ ਭਾਈ ਅੰਤਰਜਾਮੀ ਸੀ, ਪਿੱਛੇ ਖੜੀ ਆ ਪਰਦਾ ਕਰੀ। ਸਿੱਖ ਨੂੰ ਕਹਿੰਦੇ, 10ਵੇਂ ਪਾਤਸ਼ਾਹ ਕਹਿੰਦੇ, ਭਾਈ ਉਹ ਲੜਕੀ ਜਿਹੜੀ ਖੜੀ ਆ ਪਿੱਛੇ, ਉਹਨੂੰ ਨਿਗਾਹ ਲਿਆ ਗਾਹਾਂ। ਉਹ ਸਿੰਘ ਨੇ ਸਤਸੰਗ ਦੀ ਆਗਿਆ ਮੰਨੀ, ਇਹਨੂੰ ਲੈ ਗਏ ਗਾਹਾਂ। ਮੱਥਾ ਟੇਕਿਆ, ਮਹਾਰਾਜ ਕਹਿੰਦੇ ਆ ਬੀਬੀ ਤਕੜੀ ਹੈ। ਕਹਿੰਦੇ ਹਾਂ ਮਹਾਰਾਜ, ਤੁਹਾਡੇ ਦਰਸ਼ਨ ਦੁਰਲੱਭ ਨੇ, ਅੱਗੇ ਸਾਰਾ ਪਰਿਵਾਰ ਆ ਜਾਂਦਾ ਜੀ, ਐਤਕੀ ਮੈਂ ਪਹਿਲੀ ਵਾਰੀ ਆਈ ਹਾਂ ਤੁਹਾਡੇ ਦਰਸ਼ਨ ਕਰਨ। ਕਹਿੰਦੇ ਬੀਬੀ ਤੈਨੂੰ ਅਸੀਂ ਕੋਈ ਭੇਟਾ ਕਰਨੀ ਚਾਹੁੰਦੇ ਹਾਂ। ਦੇਖੋ ਗੁਰੂ ਕੀ ਅਚਰਜ ਗਤੀ, ਭੇਟਾ ਸਾਰੀ ਦੁਨੀਆ ਕਰਦੀ 10ਵੇਂ ਪਾਤਸ਼ਾਹ ਨੂੰ। ਮਹਾਰਾਜ ਕਹਿੰਦੇ ਹੈ ਪੁੱਤਰੀ, ਤੈਨੂੰ ਅਸੀਂ ਕੋਈ ਭੇਟਾ ਕਰਨੀ ਚਾਹੁੰਦੇ ਹਾਂ, ਪਰ ਤੂੰ ਆਪਣੇ ਪਤੀ ਨੂੰ ਨਾਲ ਲਿਆ। ਜਦੋਂ ਹੀ ਮੁੜਿਆ ਹੀ, ਮੁੜ ਕੇ ਆ ਕੇ ਜਿੱਥੇ ਸਤਸੰਗੀ ਕਬੀਰ ਸੀ ਉਹਨੂੰ ਲੈ ਗਈ। ਜਾ ਕੇ ਖੜ ਗਏ। ਮਹਾਰਾਜ ਕਹਿੰਦੇ ਸਿੱਖਾ ਭਾਈ ਤੂੰ ਕੌਣ ਹੈ? ਕਹਿੰਦਾ ਜੀ ਨਾਮ ਧਰੀਕ ਤੁਹਾਡੇ ਸਿੱਖ ਹੈ, ਅਸੀਂ ਪਤੀ ਸਤੀ। ਕਹਿੰਦੇ ਨਹੀਂ, ਦੱਸ ਤੂੰ ਕੌਣ ਹੈ? ਕਹਿੰਦਾ ਜੀ ਹੋਰ ਤਾਂ ਮੈਨੂੰ ਗਿਆਨ ਨਹੀਂ। ਕਹਿੰਦੇ ਚੰਗਾ ਹੈ, ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਮੱਥਾ ਟੇਕ। ਜਦੋਂ ਸਾਧ ਸੰਗਤ ਜੀ ਮੱਥਾ ਟੇਕਿਆ ਦੋਨਾਂ ਨੇ, ਜਦੋਂ ਹੀ ਪਿਛਲੇ ਜਨਮ ਦਾ ਗਿਆਨ ਹੋ ਗਿਆ। ਲੋਈ ਤਹਾਂ ਟਹਾਂ ਦੇਖਦੀ ਹੈ ਵੀ ਮੈਂ ਤਾਂ ਜਰਾਹੀ ਹਾਂ ਕਲਸ਼ੀ ਦੀ। ਉਹ ਵੀ ਸਿੱਖ ਵੀ ਦੇਖਦਾ ਵੀ ਮੈਂ ਤਾਂ ਕਬੀਰ ਹਾਂ, ਧੰਨ ਕਬੀਰ ਮੇਰੀ ਤਾਂ ਪਿਛਲੇ ਜਨਮ 'ਚ ਹੁੰਦੀ ਆ, ਉੱਥੇ ਸਭ ਕੁਝ ਹੋ ਰਿਹਾ। ਜਦੋਂ ਹੀ ਹੈਰਾਨ ਹੋ ਗਏ, ਮੱਥਾ ਟੇਕਿਆ, ਕਹਿੰਦੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ, ਅੱਗੇ ਨੂੰ ਸਿੱਖਿਆ ਉਪਦੇਸ਼। ਫਿਰ 10ਵੇਂ ਪਾਤਸ਼ਾਹ ਨੇ ਦੱਸਿਆ ਪ੍ਰਸੰਗ ਸਾਰਾ ਕਿ ਹੇ ਬੀਬੀ, ਜਦ ਤੂੰ ਲੋਈ ਦੇ ਰੂਪ ਸੀ, ਤੈਨੂੰ ਸੇਵਾ ਕਰਨ ਦੀ ਤੈਨੂੰ ਇੱਛਾ ਸੀ, ਉਹ ਤੇਰੀ ਇੱਛਾ ਪੂਰੀ ਕਰਨ ਵਾਸਤੇ ਤੇਰੇ ਪਤੀ ਨੇ ਵੀ ਜਨਮ ਨਾਲ ਧਾਰਿਆ, ਤੂੰ ਵੀ ਆਈ ਹੈ। ਸਤਿਗੁਰ ਕੇ ਜਨਮੇ ਗਮਨ ਵਟਾਇਆ, ਹੁਣ ਤੁਸੀਂ ਗੁਰੂ ਘਰ ਵਿੱਚ ਦੁਬਾਰਾ ਜਨਮ ਧਾਰਿਆ। ਅੰਮ੍ਰਿਤ ਛਕੋ ਦੋਨੋਂ ਜਣੇ, ਸਿੱਖੀ ਨਿਭਾਓ, ਮੁੜ ਕੇ ਤੁਸੀਂ ਹੁਣ ਜਨਮ ਨਹੀਂ ਧਾਰੋਗੇ। ਇਹ ਸਤਿਸੰਗੀ ਸਾਖੀ 10ਵੇਂ ਪਾਤਸ਼ਾਹ ਦੇ ਕਥਾ ਵਿੱਚ ਇੱਥੇ ਆਪਾਂ ਵਿਚਾਰ ਚੁੱਕੇ ਹਾਂ। ਸੋ ਕਬੀਰ ਸਾਹਿਬ ਜੀ ਇਸੇ ਕਰਕੇ ਦੱਸ ਰਹੇ ਨੇ ਇਹਨਾਂ ਪ੍ਰੇਮੀਆਂ ਨੂੰ, ਆਪਨ ਰੂਪ ਨਾ ਹੋਈ, ਹੁਣ ਨਹੀਂ ਮੈਂ ਰੂਪ ਧਾਰਾਂਗਾ ਕੋਈ ਵੀ। ਆਸਾ ਰੋਜਾ ਧਰੈ ਮਨਾਵੈ ਲਹੋ। ਤੇ ਕਾਜੀ ਆ ਗਿਆ ਸਾਧ ਸੰਗਤ ਜੀ, ਬੜਾ ਈਰਖਾਲੂ। ਕਹਿੰਦਾ ਓਏ ਤੂੰ ਖਵਾਉਣਾ ਤਾਂ ਮੁਸਲਮਾਨਾਂ ਦੇ ਘਰ ਮੈਂ, ਪਰ ਪੱਖ ਕਰਦਾ ਹਿੰਦੂਆਂ ਦਾ ਕਬੀਰਾ। ਤੂੰ ਰੋਜੇ ਰੱਖਿਆ ਕਰ, ਰੋਜੇ ਰੱਖੇ ਨੇ ਕਦੇ? ਨਮਾਜ਼ ਪੜ੍ਹੀ ਹੈ ਕਦੇ? ਕਬੀਰ ਸਾਹਿਬ ਚੁੱਪ। ਕਹਿੰਦੇ ਕਾਜੀ ਜੀ ਸ਼ਾਂਤ ਧਾਰੋ, ਹਿਰਦੇ 'ਚ ਬੈਠੋ, ਆਪਾਂ ਬਚਨ ਕਰੀਏ। ਬਿਠਾ ਲਿਆ। ਕਬੀਰ ਸਾਹਿਬ ਜੀ ਸਿੱਖਿਆ ਦੇਣ ਲੱਗੇ ਹਨ। ਰੋਜਾ ਧਰੈ ਮਨਾਵੈ ਲਹੋ। ਹੇ ਕਾਜੀ ਜੀ ਤੁਸੀਂ ਰੋਜਾ ਧਰੈ, ਰੋਜਾ 1 ਮਹੀਨਾ ਰੋਜਾ ਰੱਖਦੇ ਹੋ, ਵਰਤ ਰੱਖਦੇ ਹੋ, ਤੇ ਅੱਲਾ ਨੂੰ ਵੀ ਮਨਾਉਂਦੇ ਹੋ, 5 ਵੇਰੀ ਨਮਾਜ਼ਾਂ ਪੜ੍ਹਦੇ ਹੋ। ਸਵਾਦਤ ਜੀ ਸੰਘਾਰਾ। ਪਰ ਇਹ ਨਹੀਂ ਮੈਨੂੰ ਸਮਝ ਆਈ ਤੁਹਾਡੀਆਂ ਨਮਾਜ਼ਾਂ ਦਾ ਕੀ ਅਸਰ ਹੈ ਤੁਹਾਡੇ ਸਰੀਰ ਤੇ, ਵਰਤ ਰੱਖਣ ਦਾ ਕੀ ਅਸਰ ਹੈ? ਜੀਵ ਦੇ ਸਵਾਦ ਪਿੱਛੇ ਤੁਸੀਂ ਹਲਾਲ ਕਰਦੇ ਹੋ। ਕਦੇ ਮੁਰਗੀ ਮਾਰ ਲਈ, ਕਦੇ ਬੱਕਰਾ ਮਾਰ ਲਿਆ, ਕਦੇ ਗਊ ਤੇ ਗਲ ਤੇ ਛੁਰੀ ਫੇਰ ਦਿੱਤੀ, ਪਸ਼ੂਆਂ ਨੂੰ ਖਾਂਦੇ ਹੋ। ਸਵਾਦਤ ਜੀ ਸੰਘਾਰਾ, ਸਵਾਦ ਦੇ ਅਧੀਨ ਹੋ ਕੇ ਤੁਸੀਂ ਜੀਵਾਂ ਨੂੰ ਮਾਰਦੇ ਹੋ। ਤੁਹਾਨੂੰ ਨਮਾਜ਼ ਦਾ ਸਵਾਦ ਨਹੀਂ ਆਇਆ ਹਲੇ। ਹੋਰ ਤੁਹਾਨੂੰ ਵਰਤ ਰੱਖਦੇ ਹੋ, ਤੁਹਾਨੂੰ ਪਤਾ ਨਹੀਂ ਵੀ ਕਿਵੇਂ ਵਰਤ ਰੱਖੀਦਾ। ਵਰਤੀ ਵਰਤ ਰਹੇ ਨੇ ਕਾਂ,
ਵਰਤ ਰੱਖਣ ਵਾਲਾ ਇਹੀ ਵਰਤ ਹੈ, ਗੁਰੂ ਸਾਹਿਬ ਦੀ ਭਗਤੀ ਕਰਕੇ ਕੁਝ ਮੰਗੇ ਨਾ, ਇਹ ਵਰਤ ਰੱਖੇ, ਇਹ ਵਰਤ ਸਫਲਾ ਹੈ। ਤੁਸੀਂ ਸਵਾਦ ਦੇ ਜੀਵ ਦੇ ਸਵਾਦ ਪਿੱਛੇ ਜੀਵ ਮਾਰਦੇ ਹੋ, ਪਾਪ ਕਰਦੇ ਹੋ। ਆਪਾ ਦੇਖ ਅਵਰ ਨਹੀਂ ਦੇਖਾ। ਹਾਂ, ਤੁਸੀਂ ਆਪਣੇ ਆਪ ਨੂੰ ਹੀ ਦੇਖਦੇ ਹੋ। ਕਹਿੰਦੇ ਸ਼ਰ੍ਹਾ 'ਚ ਲਿਖਿਆ ਜੀ ਬਕਰੀਦ ਹੈ, ਜੇ ਗਊ ਨੂੰ ਜ਼ਿਬਾ ਕਰੋ, ਆਹ ਕੁਝ ਕਰੋ। ਕਹਿੰਦੇ ਹਾਂ, ਘਰ ਵਿੱਚ ਪੁੱਤਰ ਧੀਆਂ ਉਹਨਾਂ ਨੂੰ ਵੀ ਕਰ ਲਿਆ ਕਰੋ। ਆਪਾ ਦੇਖ, ਆਪਣੇ ਸਰੀਰ ਦਾ ਤੁਸੀਂ ਸੁੱਖ ਦੇਖਦੇ ਹੋ, ਅਵਰ ਨਹੀਂ ਦੇਖਾ। ਦੂਸਰੇ ਜੀਵਾਂ 'ਚ ਨਹੀਂ ਜਾਨ, ਉਹਨਾਂ ਨੂੰ ਨਹੀਂ ਦੇਖਦੇ ਵੀ ਉਹਨਾਂ ਨੂੰ ਵੀ ਸੁੱਖ ਮਿਲਣਾ ਚਾਹੀਦਾ। ਕਾਹੇ ਕੋ ਝੱਖ ਮਾਰਾ। ਕਿਉਂ ਝੱਖਾਂ ਮਾਰਦੇ ਹੋ, ਐਵੇਂ ਬਕਵਾਸ ਕਰਦੇ ਹੋ? ਕਾਜੀ ਜੀ ਕੁਝ ਸੋਚ ਕਰੋ। ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ। ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ। ਇਹ ਕਾਜੀ, ਉਹ ਸਾਹਿਬ ਜਿਹੜਾ ਖੁਦਾ ਹੈ ਤੇਰੇ ਵਿੱਚ ਹੀ ਹੈ ਇਕੱਲਾ। ਇਹ ਤੇਰਾ ਪੱਖ, ਤੂੰ ਉਹਦੇ ਪੱਖ, ਆਪਦੇ ਪੱਖ ਦੀ ਗੱਲ ਕਰਦਾ ਹੈ, ਦੂਸਰਿਆਂ ਦੇ ਪੱਖ ਦੀ ਗੱਲ ਨਹੀਂ ਤੈਨੂੰ ਆਉਂਦੀ। ਸੋਚ ਵਿਚਾਰ ਨਾ ਦੇਖੈ। ਇਹ ਸੋਚ ਵਿਚਾਰ ਕੇ ਜਿਹੜੇ ਤੈਨੂੰ ਬਚਨ ਕਹਿੰਦੇ ਆ, ਇਹਨੂੰ ਸੋਚ, ਫਿਰ ਵਿਚਾਰ ਕੇ ਦੇਖ ਵੀ ਤੈਨੂੰ ਅਸੀਂ ਝੂਠਾ ਕਹਿੰਦੇ ਆ ਜੋ ਸੱਚਾ ਕਹਿੰਦੇ ਹਾਂ। ਕਾਜੀ ਸਾਹਿਬ ਤੇਰਾ ਸਾਹਿਬ ਏਕ ਤੋਂ ਹੀ ਮੈਂ। ਇਹ ਕਾਜੀ ਤੇਰਾ ਸਾਹਿਬ ਤੇਰੇ ਵਿੱਚ ਹੀ ਹੈ ਇਕੱਲਾ, ਹੋਰ ਸਾਰਿਆਂ 'ਚ ਨਹੀਂ ਹੈ। ਸੋਚ ਵਿਚਾਰ ਨਾ ਦੇਖੈ। ਇਹ ਸੋਚ ਵਿਚਾਰ ਕੇ ਦੇਖਦਾ ਨਹੀਂ ਕਿ ਸਾਰਿਆਂ ਵਿੱਚ ਹੀ ਪਰਮੇਸ਼ਰ ਵਸਦਾ। ਖਬਰ ਨਾ ਕਰੈ ਦੀਨ ਕੇ ਬੋਰੇ। ਇਹ ਦੀਨ ਇਸਲਾਮ ਮਤ ਵਿੱਚ ਪੱਕਿਆ ਤੂੰ ਕਮਲਾ ਹੋਇਆ। ਸ਼ਰ੍ਹਾ ਨੇ ਤੈਨੂੰ ਬੌਰਾ ਕਮਲਾ ਕਰ ਦਿੱਤਾ ਹੈ। ਖਬਰ ਨਾ ਕਰੈ, ਤੂੰ ਆਪਣੇ ਅੰਦਰ ਗਿਆਤ ਨਹੀਂ ਧਾਰਨ ਕਰਦਾ। ਦਾਤੇ ਜਨਮ ਅਲੇਖੈ। ਇਸ ਕਰਕੇ ਤੇਰਾ ਜਨਮ ਲੇਖੇ ਤੋਂ ਰਹਿਤ ਹੈ, ਵਿਅਰਥ ਜਾਣਾ ਹੈ ਤੇਰਾ ਜਨਮ। ਤੂੰ ਮੁਸਲਮਾਨ ਤਾਂ ਬਣ ਗਿਆ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਦੁਨੀਆ ਰੰਗ ਨਾ ਆਵੇ ਨੇੜੇ, ਕਲਮ ਖੁਦਾਈ ਪਾਕ ਖਰਾ। ਇਹੋ ਜਿਹਾ ਮੁਸਲਮਾਨ ਬਣ। ਤੂੰ ਆਪਣੇ ਮਾਣ ਹੰਕਾਰ ਨੂੰ ਮੁੱਸ ਲੈ, ਲੁੱਟ ਲੈ, ਨਿਮਰਤਾ ਧਾਰ। ਇਹ ਤੇਰੇ ਵਾਸਤੇ ਠੀਕ ਨਹੀਂ। ਰਹਾਓ ਸਾਚ ਕਿਤੇਬ ਬਖਾਨਾ ਅੱਲਹੋ। ਹਾਂ, ਤੈਨੂੰ ਪਤਾ ਤੇਰੀ ਜਿਹੜੀ ਕਿਤਾਬ ਕੁਰਾਨ ਹੈ, ਹੋਰ ਜਮੂਰ ਤਰੇਤ ਅਜੀਲ ਆਦਿਕ ਹਨ, ਉਹ ਸੱਚੇ ਅੱਲਾ ਦਾ ਕਥਨ ਕਰਦੀਆਂ ਨੇ। ਉਹ ਦੱਸਦੀਆਂ ਨੇ ਕਿ ਅੱਲਾ ਸੱਚਾ ਹੈ। ਨਾਰ ਪੁਰਖ ਨਹੀਂ ਕੋਈ। ਨਾਲ ਹੀ ਜਿਹੜਾ ਅੱਲਾ ਹੈ ਉਹ ਪੁਰਸ਼ ਦਾ ਪੱਖੀ ਨਹੀਂ, ਨਾ ਹੀ ਉਹ ਇਸਤਰੀ ਦਾ ਪੱਖੀ ਹੈ। ਉਹ ਸਾਰਿਆਂ ਦਾ ਪੱਖ ਇੱਕੋ ਜਿਹਾ ਕਰਦਾ ਹੈ। ਉਹ ਆਪ ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ। ਉਹ ਸੱਚਾ ਹੈ। ਉਹ ਨਾ ਖੁਸਰੇ ਦੇ ਚਿੰਨ ਵਾਲਾ ਹੈ, ਨਾ ਪੁਰਖ ਦੇ ਚਿੰਨ ਵਾਲਾ ਹੈ, ਨਾ ਇਸਤਰੀ ਦੇ ਚਿੰਨ ਵਾਲਾ ਹੈ। ਨਾਰ ਪੁਰਖ ਸਾਰਿਆਂ ਵਿੱਚ ਇੱਕੋ ਜਿਹਾ ਹੈ। ਉਹ ਬੜੇ ਗੁਨੇ ਨਾਹੀ ਕਛ ਬੋਰੇ। ਹੇ ਕਮਲਿਆ, ਮੈਂ ਤਾਂ ਸਮਝਦਾ ਜਿਹੜਾ ਪੜ੍ਹਿਆ ਤੂੰ ਗੁਣਿਆ ਵਿਚਾਰਿਆ ਕੁਰਾਨਾਂ ਨੂੰ ਤੇ ਆਪਦੀਆਂ ਹਦੀਸਾਂ ਨੂੰ, ਤੈਨੂੰ ਕੋਈ ਲਾਭ ਨਹੀਂ ਹੋਇਆ। ਜਾਓ ਦਿਲ ਮੈਂ ਖਬਰ ਨਾ ਹੋਈ। ਜਦ ਤੇਰਾ ਸਫਲਾ ਹੀ ਨਹੀਂ ਹੋਇਆ ਪੜ੍ਹਿਆ ਗੁਣਿਆ, ਜੇ ਤੈਨੂੰ ਦਿਲ ਦੇ ਵਿੱਚ ਖੁਦਾ ਦੀ ਖਬਰ ਨਹੀਂ ਹੈ ਕਿ ਖੁਦਾ ਰਹਿੰਦਾ ਕਿੱਥੇ ਹੈ, ਤੈਨੂੰ ਖੁਦਾ ਦਾ ਗਿਆਨ ਨਹੀਂ ਹੈ। ਅੱਲੋ ਗੈਬ ਸਗਲ ਘਟ ਭੀਤਰ। ਕਹਿੰਦੇ ਕਬੀਰ ਜੀ ਕਿੱਥੇ ਆ ਫਿਰ? ਕਹਿੰਦੇ ਤੂੰ ਤਾਂ ਸਤਵੇਂ ਆਕਾਸ਼ 'ਚ ਮੰਨੀ ਜਾਂਦਾ। ਅੱਲੋ ਗਾਇਬ ਸਗਲ ਘਟ ਭੀਤਰ। ਸਾਰਿਆਂ ਦੇ ਘਟ ਹਿਰਦਿਆਂ ਦੇ ਭੀਤਰ ਵਿੱਚ ਗਾਇਬ ਹੈ, ਭਾਵ ਗੁਪਤ ਵਸ ਰਿਹਾ ਹੈ ਅੱਲਾ। ਹਿਰਦੇ ਲਿਹੋ ਵਿਚਾਰੀ। ਇਹ ਹਿਰਦੇ 'ਚ ਤੂੰ ਵਿਚਾਰ ਕਰ ਲੈ। ਹੈ ਕਾਜੀ ਹਿੰਦੂ ਤੁਰਕ ਦੋਹੂ ਮੈਂ ਇੱਕ। ਹਿੰਦੂਆਂ ਦੇ ਵਿੱਚ ਵੀ ਤੁਰਕਾਂ ਵਿੱਚ ਵੀ ਸਾਰਿਆਂ ਦੇ ਇੱਕੋ ਇੱਕ ਹੈ। ਕਹੈ ਕਬੀਰ ਪੁਕਾਰੀ। ਕਬੀਰ ਸਾਹਿਬ ਜੀ ਕਹਿੰਦੇ ਤੈਨੂੰ ਪੁਕਾਰ ਕੇ ਬੁਲੰਦ ਆਵਾਜ਼ ਨਾ ਕਹਿੰਦੇ ਆ, ਕੋਈ ਲੁਕੋ ਛਿਪ ਵਾਲੀ ਬਾਤ ਨਹੀਂ। ਜੇ ਤੂੰ ਆਪਣਾ ਲਾਭ ਉਠਾਉਣਾ ਹੈ, ਨਵਾਜ਼ ਸੋਈ ਜੋ ਨਿਆਂ ਵਿਚਾਰ ਹੈ। ਜਿਹੜਾ ਨਿਆਂ ਦੀ ਬਾਤ ਕਰਨੀ ਹੈ, ਸਭ ਤੋਂ ਵੱਡੀ ਉੱਤਮ ਨਵਾਜ਼ ਹੈ। ਤੂੰ ਕਿਸੇ ਨਾਲ ਧੱਕਾ ਨਹੀਂ ਕਰਨਾ, ਜ਼ੁਲਮ ਨਹੀਂ ਕਰਨਾ। ਤੂੰ ਜੀਵਾਂ ਨੂੰ ਜੀਵ ਦੇ ਸਵਾਦ ਪਿੱਛੇ ਮਾਰ ਮਾਰ ਕੇ ਖਾਣਾ ਹੈ। ਤੂੰ ਕਾਜੀ ਕਾਹਦਾ ਹੈ? ਇਹਨੂੰ ਸਤ ਸੁਣੀ ਉਪਦੇਸ਼ ਦੇ ਕੇ ਇਹਨੂੰ ਸਤ ਸੁਣੀ ਕਰਤਾਰਥ ਕਰ ਦਿੱਤਾ। ਇਉਂ ਪ੍ਰੇਮੀਓ, ਅੰਮ੍ਰਿਤਮਈ ਬਾਣੀ ਹੈ। ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰ ਦੇਣ। ਜੇ ਕਿਤੇ ਭਾਈ ਇਹ ਅੰਮ੍ਰਿਤਮਈ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੀ ਕਥਾ ਕੋਈ ਭਾਵਨਾ ਧਾਰ ਕੇ ਸਾਰੀ ਨੰਬਰਵਾਰ ਸੁਣ ਲਵੇ, ਮੁੜ ਕੇ ਸਤ ਸੁਣੀ ਜਨਮ ਨਹੀਂ ਹੈ। ਸਾਰੇ ਜਿੰਨਾ ਅਗਿਆਨ ਜਨ ਸਤ ਸੁਣੀ ਦੁੱਖ ਨੇ ਸਾਰੇ ਲਪੇਟੇ ਜਾਂਦੇ ਨੇ, ਪਰ ਸਤ ਸੰਗਤੀ ਤੋੜ ਨਿਭਦੀ ਨਹੀਂ। ਅਨੇਕਾਂ ਹਨੇਰੀਆਂ ਆਉਂਦੀਆਂ, ਅਨੇਕਾਂ ਵਿਘਨ ਪੈਂਦੇ। ਬੇਨਤੀਆਂ ਕਰਦੇ ਰਹੀਏ, हे ਮਹਾਰਾਜ ਕਿਨਕਾ ਸਾਡੇ ਹਿਰਦੇ 'ਚ ਵਸ ਜਾਵੇ, ਜਿਸ ਕਰਕੇ ਮਹਾਰਾਜ ਸਾਡਾ ਭਲਾ ਹੋਵੇ। ਭੁੱਲਾਂ ਚੁੱਕਾਂ ਸਤ ਸੰਗਤ ਜੀ ਮਾਫ ਕਰਨੀਆਂ। ਇੱਥੇ ਵਿਸਰਾਮ ਦਿੰਦੇ ਹਾਂ। ਰਾਗੀ ਸਿੰਘ ਜੀ ਹਾਜ਼ਰ ਹਨ,
ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ।